ਰਾਜੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਨਉ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰੀਏ ਪੁੰਡਰਕ ਵਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਔਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ। ਇਸ ਪਾਵਨ ਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸਾਹਿਬ ਜੀ ਵਿਖੇ ਜੋ ਹਰ ਰੋਜ਼ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵਿਚਾਰ ਪ੍ਰਾਰੰਭ ਹੈ, ਜਿਸ ਦੇ ਤਹਿਤ ਪਿਛਲੇ 2-3 ਦਿਨਾਂ ਤੋਂ ਪਹਿਲ ਪੁਰੀਏ ਪੁੰਡਰਕ ਵਨਾ ਸ਼ਬਦ ਦੀ ਵਿਚਾਰ ਆਪ ਸਰਵਣ ਕਰ ਰਹੇ ਹੋ। ਅੱਜ ਆਖਰੀ ਅਰਥ ਸਰਵਣ ਕਰੋ। ਸੋ ਪਹਿਲਾਂ ਆਪਨੇ 2-3 ਅਰਥ ਸਰਵਣ ਕੀਤੇ ਨੇ। ਇੱਕ ਵਾਰ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੰਡਰਾਂ ਵਾਲਿਆਂ ਨੇ ਕਲਕੱਤੇ ਸ਼ਹਿਰ ਹਿੰਦੂ ਸਭਾ ਕਾਲਜ ਦੇ ਵਿੱਚ ਉੱਥੋਂ ਦੇ ਸਟੂਡੈਂਟਾਂ ਦੀ ਡਿਮਾਂਡ 'ਤੇ ਜਦ ਗੁਰਬਾਣੀ ਦੀ ਕਥਾ ਸਰਵਣ ਕਰਵਾਈ ਤਾਂ ਇਸ ਪਾਵਨ ਸ਼ਬਦ ਦੇ ਜੋ ਉਹਨਾਂ ਨੇ ਉੱਥੋਂ ਅਰਥ ਕੀਤੇ ਉਹ ਬੜੇ ਕਮਾਲ ਦੇ ਸਨ। ਮੈਂ ਉਹਨਾਂ ਦੇ ਦਰਸ਼ਨ ਤਾਂ ਨਹੀਂ ਕਰ ਪਾਇਆ, ਪਰ ਉਹਨਾਂ ਦੀ ਰਿਕਾਰਡਿੰਗ ਜਦ ਮੇਰੇ ਪਾਸ ਪਹੁੰਚੀ ਤਾਂ ਉਹਨੂੰ ਅੰਮ੍ਰਿਤ ਰਸ ਪੋਥੀ ਦੇ ਵਿੱਚ ਲਿਖ ਕੇ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਕੀਤਾ। ਜੋ ਸੀਨੇ ਮਸੀਨੇ ਸੰਪਰਦਾਇ ਮਹਾਂਪੁਰਖਾਂ ਦੁਆਰਾ ਅਰਥਾਂ ਦੀ ਟਕਸਾਲ ਚੱਲ ਰਹੀ ਹੈ, ਉਸ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭੰਡਰਾਂ ਵਾਲਿਆਂ ਦੇ ਪਵਿੱਤਰ ਰਸਨਾਂ ਤੋਂ ਜਿਵੇਂ ਮੈਂ ਕਥਾ ਸੁਣੀ ਤਿਵੇਂ ਹੀ ਆਪ ਸੰਗਤਾਂ ਹੁਣ ਸਰਵਣ ਕਰੋ। ਭਗਤ ਨਾਮਦੇਵ ਜੀ ਤੇ ਭਗਤ ਗਿਆਨ ਦੇਵ ਜੀ ਦੋਨੇ ਹੀ ਸਮਕਾਲੀ ਭਗਤ ਸਨ, ਜਿਸ ਕਰਕੇ ਆਪਸ ਦੇ ਵਿੱਚ ਉਹ ਗਿਆਨ ਚਰਚਾ ਕਰਦੇ ਰਹਿੰਦੇ ਸਨ। ਇੱਕ ਵਾਰ ਭਗਤ ਨਾਮਦੇਵ ਜੀ ਗਿਆਨਦੇਵ ਜੀ ਦੇ ਪਾਸ ਪੁੱਜ ਕੇ ਬੇਨਤੀ ਕਰਨ ਲੱਗੇ ਕਿ ਮਹਾਰਾਜ ਦੱਸੋ ਸ੍ਰਿਸ਼ਟੀ ਦੀ ਪੈਦਾਇਸ਼ ਦੇ ਕੀ ਭੇਦ ਹਨ। ਪਹਿਲ ਪੁਰੀਏ ਪੁੰਡਰਕ ਵਨਾ, ਪਾਠ ਦਾ ਪੁੰਡਰਕ ਵਨਾ ਹੀ ਹੈ, ਪਰ ਜੇ ਇਹਦੇ ਵਿੱਚੋਂ ਹੀ ਕੁਐਸਚਨ ਇਨਪੁਟ ਕਰਨਾ ਹੋਵੇ ਤਾਂ ਪਹਿਲਾਂ ਪਾਠ ਕਰੀਏ ਪਹਿਲ ਪੁਰੀਏ ਪੁੰਡਰ ਕਮਨਾ। ਪੁੰਡਰ ਦਾ ਅਰਥ ਹੈ ਪ੍ਰਗਟ,
ਪੁਰੀਏ ਦਾ ਅਰਥ ਹੈ ਪੂਰਨ ਪਰਮੇਸ਼ਰ। ਕਿ ਸੰਸਾਰ ਵਿੱਚ ਪਹਿਲਾਂ ਪੂਰਨ ਪਰਮੇਸ਼ਰ ਤੋਂ ਕੌਣ ਪ੍ਰਗਟ ਹੋਇਆ? ਤਾਂ ਗਿਆਨ ਦੇਵ ਜੀ ਨੇ ਜਗਤ ਦੀ ਉਤਪਤੀ ਦੇ ਵਿੱਚ ਜੋ ਵੱਖੋ ਵੱਖਰੇ ਮਤ ਹਨ ਉਹਨਾਂ ਬਾਬਤ ਪਹਿਲੇ ਅਰਥਾਂ ਦੇ ਵਿੱਚ ਸਰਵਣ ਕਰਵਾਇਆ। ਜੋ ਭਗਤ ਨਾਮਦੇਵ ਜੀ ਨੇ ਇਸ ਪਾਵਨ ਸ਼ਬਦ ਵਿੱਚ ਅੰਕਿਤ ਕੀਤਾ, ਆਪਨੇ ਬਹੁਤ ਹੀ ਵਿਸਥਾਰ ਸੇ ਉਹਦੀ ਵਿਆਖਿਆ ਪਿਛਲੇ ਦੀਵਾਨਾਂ ਵਿੱਚ ਸਰਵਣ ਕੀਤੀ ਹੈ। ਅੱਜ ਇਸ ਪਾਵਨ ਸ਼ਬਦ ਦੇ ਜਿਹੜੇ ਕੁਝ ਭੇਦ ਗੂੜ ਅਰਥ ਹਨ ਉਹ ਪਿਆਰ ਸਤਿਕਾਰ ਨਾਲ ਸਰਵਣ ਕਰੋ। ਕਥਾ ਦੀ ਆਰੰਭਤਾ ਤੋਂ ਪਹਿਲਾਂ ਇੱਕ ਵਾਰ ਰਸਨਾ ਦੀ ਪਵਿੱਤਰਤਾ ਕਰਦਿਆਂ ਹੋਇਆ ਗੱਜ ਕੇ ਕਹਿ ਦੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਸਾਹਿਬ ਜੀ ਧਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ। ਧਨਾਸਰੀ ਰਾਗੀ ਦੇ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਲਿਖਵਾ ਰਹੇ ਹਨ। ਇੱਕ ਓੰਕਾਰ ਇੱਕ ਅਦਵੈਤ ਸਰੂਪ ਬ੍ਰਹਮ ਸਜਾਤੀ ਬਜਾਤੀ ਸਵੈਗਤ ਭੇਦ ਓੰਕਾਰ ਸਰਬ ਦਾ ਪ੍ਰਕਾਸ਼ਕ ਸਤ ਗੁਰ ਪ੍ਰਸਾਦ। ਜੋ ਸਤ ਸਰੂਪ ਹੈ, ਸਤ ਉਸ ਨੂੰ ਕਹਿੰਦੇ ਨੇ ਜਿਹੜਾ ਤਿੰਨ ਸਮਿਆਂ ਦੇ ਵਿੱਚ ਇੱਕ ਰਸ ਹੋਵੇ। ਅਸੀਂ ਜੰਮਣ ਤੋਂ ਪਹਿਲਾਂ ਪਤਾ ਨਹੀਂ ਕਿੱਥੇ ਸੀ ਤੇ ਮਰਨ ਤੋਂ ਬਾਅਦ ਪਤਾ ਨਹੀਂ ਕਿੱਥੇ ਹੋਵਾਂਗੇ। ਵਰਤਮਾਨ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਹਾਂ, ਜਿਵੇਂ ਕੰਪਿਊਟਰ ਦੀ ਸਕਰੀਨ ਦੇ ਉੱਪਰ ਮੂਰਤਾਂ ਚੱਲਦੀਆਂ ਫਿਰਦੀਆਂ, ਵੀਡੀਓ ਅਤੇ ਹੋਰ ਅੱਖਰ ਆਦਿ ਸਭ ਕੁਝ ਆਪਾਂ ਨੂੰ ਦਿਖਦਾ। ਪਰ ਜੇ ਸਕਰੀਨ ਲਾ ਕੇ ਉਹ ਟਾਪਾ ਜਾਂ ਪਿਛਲੇ ਪਾਸੋਂ ਲਾ ਕੇ ਵੇਖੋ ਵਿੱਚ ਕੱਖ ਨਹੀਂ ਹੁੰਦਾ, ਤਾਰਾਂ ਜੀਆਂ ਹੀ ਹੁੰਦੀਆਂ ਨੇ। ਇੰਜ ਬੰਦੇ 'ਚ ਹੈ ਕੱਖ ਨਹੀਂ ਸਿਵਾਏ ਭਗਵਾਨ ਤੋਂ। ਆਤਮਾ ਹੀ ਪਰਮਾਤਮਾ ਦੀ ਅੰਸ਼ ਜੋ ਹੈ, ਸਾਧ ਸੰਗਤ ਜੀ ਉਹ ਸਤ ਹੈ, ਬਾਕੀ ਸਭ ਝੂਠ ਹੈ। ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਯੋਗਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸ ਵਸਤਰ, ਮਿਥਿਆ ਰੰਗ ਸੰਗ ਮਾਇਆ ਪੇਖ ਹਸਤ, ਮਿਥਿਆ ਧ੍ਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਦ ਗੁਮਾਨ। ਸੋ ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੈ ਹਰਿ ਕੇ ਚਰਨ। ਸਥਿਤ ਰਹਿਣ ਵਾਲੀ ਹੈ ਸੋ ਹੈ ਸਾਧ ਸੰਗਤ। ਇਸ ਲਈ ਮਹਾਰਾਜ ਜੀ ਦੇ ਅਸੀਂ ਵਾਹਿਗੁਰੂ ਜੀ ਦੇ ਚਰਨਾਂ ਨੂੰ ਜਪ ਜਪ ਕੇ ਜਿਉਂਦੇ ਹਾਂ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਦੇਖਣ ਗਾ ਜਾਓ। ਬੰਦਾ ਝੂਠ ਹੈ। ਸਤ ਕਿਉਂ ਪ੍ਰਤੀਤ ਹੋ ਰਿਹਾ ਹੈ ਵੀ ਸਤ ਸਰੂਪ ਇਹਦੇ ਵਿੱਚ ਨਿਵਾਸ ਕਰ ਰਿਹਾ ਹੈ। ਇੱਕੋ ਇੱਕ ਵਾਹਿਗੁਰੂ ਸਤ ਹੈ ਜੋ ਤ੍ਰੈ ਕਾਲ ਆਬਾਦ ਹੈ, ਤਿੰਨ ਸਮਿਆਂ 'ਚ ਇੱਕ ਰਸ ਹੈ। ਗੁਰ ਨਾਮੇ ਚੇਤਨ ਦਾ, ਚੇਤਨ ਵੀ ਪਰਮਾਤਮਾ ਹੈ। ਉਹਦੀਆਂ ਸਾਡੇ ਵਿੱਚ ਹੋਣ ਕਰਕੇ ਅੱਖਾਂ ਵੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਜ਼ੁਬਾਨ ਬੋਲ ਰਹੀ ਹੈ। ਜਿਉਂ ਬੁਲਾਵੇ ਹੈ ਤਿਉਂ ਬੋਲੇ ਹੈ ਸੁਆਮੀ, ਕੁਦਰਤ ਕਉਨ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਅਰ ਪਰ ਸਵਾਦ ਸਾਰਿਆਂ ਸਵਾਦਾਂ ਤੋਂ ਪਰੇ ਹੈ। ਪ੍ਰਸਾਦ ਉਹ ਵਾਹਿਗੁਰੂ ਕਿਰਪਾ ਕਰਨੇ ਵਾਲਾ ਹੈ। ਪਹਿਲਾਂ ਤਰੱਦਦ ਹੈ, ਤਰੱਦਦ ਮੀਨਮ ਯਤਨ ਕੀਤਾ ਜਾਂਦਾ, ਉਸ ਤੋਂ ਉਪਰੰਤ ਅਰਦਾਸ ਹੁੰਦੀ ਹੈ ਤੇ ਅਰਦਾਸ ਤੋਂ ਬਾਅਦ ਪ੍ਰਤੱਖ ਦਾ ਪ੍ਰਸਾਦ ਵੱਧਦਾ ਹੈ। ਇੰਝ ਹੀ
ਜਦ ਤਰੱਦਦ ਕਰੀਏ ਯਾਨੀ ਕਥਾ ਕੀਰਤਨ ਮਹਾਰਾਜ ਦੇ ਗੁਣ ਗਾਈਏ, ਉਪਰੰਤ ਭੁਲੱਖਾਂ ਦੀ ਖਿਮਾ ਲਈ ਜਾਂ ਉਸ ਦੀ ਰਹਿਮਤ ਵਾਸਤੇ ਅਰਦਾਸ ਕਰੀਏ, ਬੇਨਤੀ ਵਿੱਚ ਜੁੜੀਏ, ਤਾਂ ਪ੍ਰਸ਼ਾਦ ਜ਼ਰੂਰ ਮਿਲਦਾ ਹੈ, ਯਾਨੀ ਉਸ ਦੀ ਕਿਰਪਾ ਜ਼ਰੂਰ ਪ੍ਰਾਪਤ ਹੁੰਦੀ ਹੈ। ਸੋ ਮਹਾਰਾਜ ਸਭ ਸਵਾਦਾਂ ਤੋਂ ਬਰੇ ਐਸਾ ਜੋ ਸਤ ਚਿਤ ਤੇ ਆਨੰਦ ਓੰਕਾਰ ਸਰਬ ਦਾ ਪ੍ਰਕਾਸ਼ਕ ਇੱਕ ਅਦਵੈਤਾਨੰਦ ਬ੍ਰਹਮ ਹੈ, ਜੇ ਉਸ ਦੇ ਦਰਸ਼ਨ ਕਰਨੇ ਹੋਣ ਤਾਂ ਸਤਿਗੁਰੂ ਪ੍ਰਸਾਦ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਦਰਸ਼ਨ ਹੋ ਸਕਦੇ ਨੇ। ਸੋ ਪਹਿਲਾਂ ਖੰਡੇ ਬਾਟੇ ਦਾ ਅੰਮ੍ਰਿਤ ਛਕੀਏ, ਉਪਰੰਤ ਗੁਰ ਮੰਤਰ ਮੂਲ ਮੰਤਰ ਦਾ ਅਭਿਆਸ ਕਰੀਏ, ਸਤ ਸੰਗਤ ਦੇ ਵਿੱਚ ਜੁੜੀਏ, ਸੇਵਾ ਸਿਮਰਨ ਕਰੀਏ, ਤਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ। ਪਹਿਲ ਪੁਰੀਏ ਪੁੰਡਰਕ ਬਨਾ। ਇਹ ਸੰਪਰਦਾਇ ਵਿਚਾਰਧਾਰਾ ਮੁਤਾਬਕ ਸਾਧ ਸੰਗਤ ਜੀਓ ਬੀਜ ਮੰਤਰ ਹੈ, ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਲਗਭਗ ਦੇ 533 ਵਾਰ ਆਇਆ ਹੈ। ਸੋ ਭਗਤ ਨਾਮਦੇਵ ਜੀ ਹੁਣ ਇਸ ਪਾਵਨ ਅਰਥ ਦੇ ਵਿੱਚ ਉਸ ਵਾਹਿਗੁਰੂ ਜੀ ਦੇ ਸਰੂਪ ਬਾਰੇ ਕਥਨ ਕਰਦੇ ਨੇ ਕਿ ਪਹਿਲ ਪੁਰੀਏ ਪੁੰਡਰਕ ਮਨਾ। ਉਹ ਪਰਮੇਸ਼ਰ ਸਾਰਿਆਂ ਤੋਂ ਪਹਿਲਾਂ ਹੈ, ਯਾਨੀ ਉਸ ਤੋਂ ਪਹਿਲਾਂ ਦਾ ਕੋਈ ਵੀ ਨਹੀਂ ਹੈ। ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਉਹ ਸਭਨਾਂ ਦਾ ਆਦ ਹੈ, ਸਭਨਾਂ ਦਾ ਮੁੱਢ ਹੈ, ਪਰ ਉਹਦਾ ਆਪਣਾ ਅਦੰਤ ਨਹੀਂ ਹੈ। ਕੜਾ ਵੇਖੋ ਗੋਲ ਹੈ, ਜੇ ਕੋਈ ਪੁੱਛੇ ਵੀ ਕੜੇ ਦਾ ਆਦ ਤੇ ਅੰਤ ਕੀ ਹੈ, ਕੋਈ ਨਹੀਂ ਦੱਸ ਸਕਦਾ। ਇਸੇ ਤਰ੍ਹਾਂ ਉਸ ਵਾਹਿਗੁਰੂ ਦਾ ਕੋਈ ਆਦ ਅੰਤ ਕਹਿ ਨਹੀਂ ਸਕਦਾ। ਉਹ ਕੜੇ ਦੀ ਤਰ੍ਹਾਂ ਗੋਲ ਹੈ ਤੇ ਇਉਂ ਅਨਾਦ ਆਦ ਤੋਂ ਰਹਿਤ ਹੈ ਤੇ ਅਨਾਹਤ ਨਾਸ਼ ਤੋਂ ਰਹਿਤ ਹੈ। ਜੁਗਾਂ ਜੁਗਾਂ ਦੇ ਵਿੱਚ ਇੱਕੋ ਹੀ ਉਸ ਦਾ ਵੇਸ਼ ਹੁੰਦਾ ਆਇਆ ਹੈ। ਭਾਵ ਇਹ ਨਹੀਂ ਵੀ ਸਤਿਯੁਗ ਦਾ ਭਗਵਾਨ ਕੋਈ ਹੋਰ ਸੀਗਾ ਤੇ ਕਲਯੁਗ ਦਾ ਰੱਬ ਹੁਣ ਕੋਈ ਹੋਰ ਪ੍ਰਗਟ ਹੋਇਆ। ਸਭ ਯੁਗਾਂ ਦੇ ਵਿੱਚ ਇੱਕੋ ਹੀ ਵਾਹਿਗੁਰੂ ਸੀ, ਹੁਣ ਵੀ ਉਹੀ ਹੈ। ਕਿਉਂ ਪਹਿਲ ਸਭ ਤੋਂ ਪਹਿਲਾਂ ਹੈ। ਆਦਿ ਪੁਰਖ ਉਦਾਰ ਮੂਰਤ ਕਲਗੀਧਰ ਮਹਾਰਾਜ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ੍ਰੀ ਜਾਪ ਸਾਹਿਬ ਬਾਣੀ ਵਿੱਚ ਇਹ ਬਚਨ ਨੇ ਕਿ ਉਹ ਪੁਰਖ ਆਦਿ ਰੂਪ ਹੈ, ਉਦਾਰ ਮੂਰਤ। ਉਹਦੀ ਜਿਹੜੀ ਮੂਰਤ, ਉਹਦੀ ਹਸਤੀ ਹੈ, ਉਹ ਬੜੀ ਉਦਾਰ ਹੈ, ਬੜਾ ਦਿਆਲੂ ਹੈ। ਅਜੂਨ ਆਦ ਅਸੇਖ ਦੁਨੀਆ ਤੋਂ ਰਹਿਤ, ਸਭਨਾਂ ਦਾ ਆਦ ਐਸਾ ਵਾਹਿਗੁਰੂ ਅਕਾਲ ਪੁਰਖ ਹੈ। ਫਿਰ ਉਹ ਪੁਰੀਏ परिपूर्ण है, सारे व्यापक है। जल चल नहीं अलपूरिया, स्वामी सिरजनहार। अनक भात हुए पसरिया, नानक एक अंकार। जलन दे विच थला खुश्क जगह ते माही धरती अति आकाश दे विच सबना जगह ते परिपूर्ण हो रही है। सिरजनहार मालिक अनेक तरह के नाल ओदी जोत सबना दे विच पसर रही है। सब में जोत जोत है सोए, इस दे चानन सब में चानन होए। नानक कंकार ऐसा हो महाराज कहते ओंकार वाहिगुरु है अते पुंडरक मन सत चित आनंद स्वरूप वो बन रहा है। आजे हंसा सगले जना, इस तो उपरंत ओदे लखणी जान कि वो हंसा सूरज दी न्याई है ते जिन्ने भी जन सारे जीव जंतु ने उस परमेश्वर दे विच किरणां दी न्याई हन।
ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਨੇ, ਇਸ ਤਰ੍ਹਾਂ ਸਾਰੇ ਜੀਵ ਚੇਤਨ ਦੀ ਕਿਰਨ ਰੂਪ ਹੀ ਹਨ। ਸੂਰਜ ਇੱਕੋ, ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੇ ਵੇ। ਜਿਵੇਂ ਸੂਰਜ ਇੱਕ ਹੈ, ਰੁੱਤਾਂ ਭਾਵੇਂ ਅਨੇਕ ਹਨ, ਕਿਉਂ ਵਾਹਿਗੁਰੂ ਪ੍ਰਕਾਸ਼ ਰੂਪ ਇੱਕ ਹੈ। ਤਿਥੈ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵੇਖੈ ਕਰ ਵਿਚਾਰ, ਨਾਨਕ ਕਥਨ ਕਰੜਾਸਾ। ਸਭਨਾਂ ਦੇ ਵਿੱਚ ਉਸ ਵਾਹਿਗੁਰੂ ਦਾ ਹੀ ਪ੍ਰਕਾਸ਼ ਪੈ ਰਿਹਾ ਹੈ। ਸੂਰਜ ਵੀ ਉਸ ਭਗਵਾਨ ਦੇ ਕੋਲੋਂ ਹੀ ਪ੍ਰਕਾਸ਼ ਲੈ ਕੇ ਚਮਕ ਰਿਹਾ ਹੈ। ਚੰਦਰਮਾ, ਤਾਰੇ, ਜੋ ਖਟ ਜੋਤੀਆਂ, ਸਭਨਾਂ ਨੂੰ ਵਾਹਿਗੁਰੂ ਪ੍ਰਕਾਸ਼ ਕਰਨੇ ਵਾਲਾ ਹੈ। ਇੰਜ ਸੋ ਸੂਰਜ ਦੀ ਤਰ੍ਹਾਂ ਉਹ ਵਾਹਿਗੁਰੂ ਮਾਇਆ ਦੇ ਵਿੱਚ ਆਪਣਾ ਪ੍ਰਤੀਬਿੰਬ ਪਾ ਰਿਹਾ। ਜਿਵੇਂ ਪ੍ਰੋਜੈਕਟਰ ਦੇ ਰਾਹੀਂ ਇੱਕ ਪ੍ਰਕਾਸ਼, ਇੱਕ ਲਾਈਟ ਹੀ ਪੈਂਦੀ ਹੈ ਪਰਦੇ ਤੇ, ਭਾਵੇਂ ਕੰਧ ਦੇ ਉੱਪਰ ਮੂਰਤਾਂ ਦਿਖਾ ਦਿਓ, ਉਹ ਭਜਣਗੀਆਂ, ਬੋਲਣਗੀਆਂ। ਸਾਊਂਡ ਸਿਸਟਮ ਲਾ ਕੇ ਸਭ ਕੁਝ ਵਧੀਆ ਜਾਪੂਗਾ ਕਿ ਪਰਦੇ ਦੇ ਉੱਪਰ ਜਾਂ ਕੰਧ ਦੇ ਉੱਪਰ ਇਹ ਸਾਰੇ ਭੱਜ ਨੱਠ ਰਹੇ ਨੇ, ਪਰ ਅਸਲ ਦੇ ਵਿੱਚ ਉਹ ਤਾਂ ਚਿੱਟਾ ਪੜਦਾ ਹੈ, ਉਹ ਤਾਂ ਚਿੱਟੀ ਕੰਧ ਹੈ, ਉਹਦੇ ਵਿੱਚ ਤਾਂ ਕੱਖ ਵੀ ਨਹੀਂ। ਪਿੱਛੋਂ ਪ੍ਰੋਜੈਕਟਰ ਦੀ ਲਾਈਟ ਪੈ ਰਹੀ ਹੈ, ਉਹਦਾ ਪ੍ਰਤੀਬਿੰਬ ਹੀ ਸਭ ਕੁਝ ਬਣਾ ਰਿਹਾ ਹੈ। ਜਦ ਉਹ ਪਾਸੇ ਹੋ ਜਾਂਦਾ, ਲਾਈਟ ਪੈਣੋਂ ਹਟ ਜਾਂਦੀ ਹੈ, ਤੇ ਪਰਦਾ ਕੱਪੜੇ ਦਾ ਜਾਂ ਕੰਧ ਉਸੇ ਤਰ੍ਹਾਂ ਹੀ ਦਿਖਦੀ ਹੈ। ਇੰਜ ਜਿੰਨਾ ਚਿਰ ਵਾਹਿਗੁਰੂ ਲਾਈਟ ਪਾ ਰਿਹਾ ਹੈ ਤੇ ਉਹਨਾਂ ਚਿਰ ਬੰਦਾ ਹੈ, ਆਦਮੀ ਹੈ। ਜਦ ਉਹਦੀ ਲਾਈਟ ਪਾਸੇ ਹੋ ਗਈ ਤਾਂ ਕੋਈ ਵੀ ਉਹਨੂੰ ਬੰਦਾ ਜਾਂ ਆਦਮੀ ਨਹੀਂ ਕਹੇਗਾ, ਉਹਨੂੰ ਕਹੇਗਾ ਵੀ ਇਹ ਮੁਰਦਾ ਹੈ। ਚੰਗਾ ਬੜਾ, ਸੋਹਣਾ ਬੜਾ ਸਰੀਰ, ਅੱਖਾਂ, ਨੱਕ, ਕੰਨ, ਮੂੰਹ ਇਤਿਆਦਿ ਸਭ ਕੁਝ ਇਸੇ ਤਰ੍ਹਾਂ ਹੀ ਬਣੇ ਬਣਾਏ ਹੁੰਦੇ ਨੇ। ਧੜਮ ਕਰਕੇ ਦੇ ਤਿੰਨ ਮਨ ਪੱਕੀ, ਸਾਢੇ ਤ੍ਰੈਵਨ ਦੇਹਰੀ ਚੱਲੇ ਪਾਣੀ ਹਨ, ਆਇਓ ਬੰਦਾ ਦੁਨੀ ਵਿੱਚ ਵੱਧ ਆ ਸੋਹਣੀ ਬੰਨ, ਮਲਕਨ ਮੌਤ ਜਾਂ ਆਪਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰੀਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ, ਫਰੀਦਾ ਆਮਣ ਜੇ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ। ਇਸ ਲਈ ਐ ਬੰਦਿਆ ਤੂੰ ਹੰਕਾਰ ਨਾ ਕਰ, ਮਾਟੀ ਕੋ ਪੁਤਲਾ, ਤੂੰ ਮਿੱਟੀ ਦਾ ਪੁਤਲਾ ਰੱਬ ਦਾ ਬਣਾਇਆ ਹੋਇਆ। ਉਹਦਾ ਪ੍ਰਤੀਬਿੰਬ ਪੈਣ ਦੇ ਨਾਲ, ਉਹਦੀ ਲਾਈਟ ਦੇ ਨਾਲ, ਉਹਦੇ ਪ੍ਰਕਾਸ਼ ਦੇ ਨਾਲ ਤੇਰੀਆਂ ਅੱਖਾਂ ਚਮਕ ਰਹੀਆਂ ਨੇ, ਤੇਰੇ ਚਿਹਰੇ ਤੇ ਜਾਗੋ ਜਲਾਲ ਹੈ। ਤੇ ਜਦ ਉਹਦਾ ਪ੍ਰਕਾਸ਼ ਪਾਸੇ ਹੋ ਗਿਆ, ਚਾਟੀ ਡੱਬਾ ਵਜਾ ਹੋ ਜਾਏਗਾ, ਕੁਛ ਵੀ ਨਹੀਂ ਰਹੇਗਾ। ਅੱਖਾਂ ਵੀ ਵਿੱਚ ਜਾਣਗੀਆਂ, ਚਿਹਰੇ ਦਾ ਜਾਗੋ ਜਲਾਲ ਵੀ ਬੱਗਾ ਪੀਲਾ ਜਿਹਾ ਪੈ ਜਾਏਗਾ। ਹੱਥ ਮਰੋੜਾ ਤਨ ਕਬੈ, ਸਿਆਹੋ ਹੁਆ ਸੇਤ। ਤੋ ਇਸ ਤਰ੍ਹਾਂ ਸੂਰਜ ਦੀ ਕਿਰਨ ਦੀ ਤਰ੍ਹਾਂ ਇਹ ਜੀਵ ਵਾਹਿਗੁਰੂ ਰੂਪੀ ਸੂਰਜ ਤੋਂ ਹੀ ਕਿਰਨ ਰੂਪ ਪੈਦਾ ਹੋਏ ਹਨ। ਕ੍ਰਿਸ਼ਨਾ ਤੇ ਜਾਨਉ ਹਰ ਹਰ, ਨਾਚੰਤੀ ਨਾਚਨਾ। ਉਹ ਪਰਮੇਸ਼ਰ ਪ੍ਰਕਾਸ਼ ਰੂਪ ਹੈ, ਉਸ ਵਿੱਚ ਰਤੀ ਮਾਤਰ ਵੀ ਕ੍ਰਿਸ ਕਾਲਾਪਣਾ ਨਾ ਨਹੀਂ ਹੈ, ਤੇ ਫਿਰ ਉਹ ਜਾਣੀ ਜਾਣ ਹੈ, ਅੰਤਰਜਾਮੀ ਹੈ। ਹਰ ਹਰ ਨਾਚੰਦੀ ਨਾਚਨਾ, ਉਹ ਹਰੀ ਪਾਪਾਂ ਦਾ ਹਰ ਹਾਰਕ ਨਾਸ ਕਰਨ ਵਾਲਾ, ਜਾਂ ਹਰੀ ਸੰਸਿਆਂ ਦਾ ਹਾਰਕ ਹੈ। ਨਾਚੰਤੀ ਸਾਰੀ ਸ੍ਰਿਸ਼ਟੀ ਉਸੇ ਦੇ ਹੀ ਆਸਰੇ ਨਾਚਣਾ ਚੇਸ਼ਟਾ ਕਿਰਿਆ ਕਰ ਰਹੀ ਹੈ। ਉਹਦੇ ਤੋਂ ਬਗੈਰ ਕੋਈ ਵੀ ਕਿਰਿਆ ਨਹੀਂ ਕਰ ਸਕਦਾ। ਜਿਵੇਂ ਪੱਖਾ ਹੈ, ਇਹਨੂੰ ਚਲਾਉਣ ਵਾਲੀ ਲਾਈਟ ਹੈ, ਬਿਜਲੀ ਹੈ, ਭਾਵੇਂ ਹਜ਼ਾਰਾਂ ਸਾਲ ਪੱਖਾ ਟੰਗਿਆ ਰਹੇ, ਜਿੰਨਾ ਚਿਰ ਸਵਿਚ ਆਨ ਨਹੀਂ ਕਰੋਗੇ ਉਹਨਾਂ ਚਿਰ ਉਹ ਹਵਾ ਨਹੀਂ ਦੇਵੇਗਾ। ਇੰਜ ਹੈ ਤਾਂ ਪੰਜ ਤਾਤੀ ਨੇ,
माटी को पुतरा कैसे नचत है, देखा देखा सुने बोले दौड़ियो फिरत है। जब कश पावे तब गर्व करता है, माया गई तब रोगन लगता है तो मिट्टी हुई पंजा तत्वां नूं इकट्ठा किया होया, सिर्फ आत्मा परमात्मा ने अपनी अंश विच पा दी तो मूव कर लग पई। हसदा है, खेडदा है, नचदा है, गाउंदा है, जाता है, आउंदा है, बैठदा है, बड़ा मान करता है, किसी को नक हेठ नहीं लिया। पर उन्ना चिर जिन्ना चिर भगवान की अंश परमात्मा की चेतन सत्ता आत्मा के विच मौजूद है, जिस दिन आत्मा निकल गई उस दिन कुछ भी नहीं रहेगा। इसलिए कबीर गर्व न कीजिए, देही देख सुरंग, आज काल तज जाऊंगे ज्यों कंचरी पोए अंग। जिस तरह सप पुंज छड़ के लाभे हो जाता है, इउं जिहड़ा जीवात्मा है वो शरीर छड़ के हो गया तो हो गया, फिर कुछ नहीं रहेगा। इस वास्ते महाराज का नाम जप के संगत द्वारा ही जिंदगी सफल हो सकती है। महल पुरसा बिरा, वो सारियां दा पैर आदि रूप है अते पुरुष पूर्ण पुरख है। इस जग में पुरख एक है और सगली नार सबाई, बाकी सब जनानियां ने स्त्रियां ने इको ही अकाल पुरख। और भी उड़सी मर्द का चेला, मर्द अकाल पुरख, उसका चेला श्री गुरु तेग बहादुर साहब जी महाराज, जिन्होंने तिलक जन्यू राखा प्रभुतांगा, कीनो बड़ो कलू में साका, साधन हेत कीती जन करी, शीस दिया पर सी ना उतरी। मर्द तो बथेरे अपने आप में उदों भी कहाउंदे सी, पर किसी हिंदू धर्म बचाया। औरंगजेब ने एक दबका ही मारिया, ये सबना नूं कटियां लग गई। माफ करना, मैं रफ लैंग्वेज बोल रहा, मतलब उन्होंने दिमाग भौं गया। पहला उन्हें ऐलान ही किया सीगा कि जिन्ने हिंदू सारे मुसलमान बन जाओ, सब तड़ातड़ मुसलमान बनने शुरू हो गए। सवा मन जंजू ला के रोटी खाता सी। इन्ना डर पै गया दुनिया दे विच, लोग घबरा गए, मुँह चो झग होने लग गई, बुल्लां दे सिकरी जम गई, अखा च गिड आ गई, मैले कुचैले कपड़े पा के कश्मीरी पंडित रोन हाके हो गए, क्योंकि जब दिन माड़े होण बंदे का नहाउण भी जी नहीं करता। बड़े घबराए हुए कश्मीर तो चल के किरपारा पंडित की अगवाई दे विच दरबार साहब तो पता किया कि महाराज की गद्दी के मालक नवें पातशाह गुरु तेग बहादुर आनंदपुर साहब ने दीवान के विच पेश हुए। तो गुरु महाराज सच्चे पातशाह जी चुप करके सुनी गए। अजे कुछ बचन करना सी कि इस तो पहला ही 8.5 साल की उम्र के गुरु गोबिंद सिंह साहब जी महाराज खेड़ते खेड़ते आके पिता सतगुरु की गोदी च बैठ के पूछन लगे भी कौन लोग ने, क्यों आए ने। मारे कहते इन्हों के धर्म को रंग दे खतरा बनया। फिर आपने की सोचा, कहते कोई पूर्ण महापुरुष सील दे। देखो और भी उसी मर्द का चेला, मर्द गुरु तेग बहादुर जी, पहला मर्द वाहिगुरु अकाल पुरख, उन्हों का चेला श्री गुरु तेग बहादुर साहब, जिन्होंने हिंदू धर्म की रक्षा लई मदद करने की ठान लई। फिर श्री गुरु तेग बहादुर जी मर्द का चेला श्री गुरु गोबिंद सिंह साहब जी महाराज, जिन्होंने आख्या कि गुरु जी महाराज ज्ञान ध्यान किस कर्म न जाना, सार न जाना तेरी, सबसे बड़ा सतगुरु नानक जिनका लाखी मेरी। आपकी बाणी द्वारा अपने सरवण किया कि श्री गुरु नानक देव जी तो बड़ा कौन महापुरख है दुनिया। आप जी उन्होंने नामी जगह से नामी जोर गद्दी के वारस हो, मौके के पातशाह भगवान हो,
इसलिए आप ही कृपा करके शीश टेढ़ा करो। कहते शाबाश शाबाश। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣ ਤੁਸੀਂ ਆਪਣੀਆਂ ਸੰਗਤਾਂ ਸਾਂਭੋ। ਇਹੀ ਬਚਨ ਸੁਰਵਣ ਕਰਨ ਲਈ ਆਪਾਂ ਨੇ ਦਿਮਾਗ ਲਗਾਇਆ ਸੀ। ਇੰਜ ਮਹਾਰਾਜ ਕਹਿੰਦੇ ਕਿ ਹੁਣ ਆਪਾਂ ਸੀਸ ਬਲੀਦਾਨ ਕਰਨ ਵਾਸਤੇ ਦਿੱਲੀ ਜਾਂਦੇ ਆ। ਪਰ ਤੁਹਾਨੂੰ ਕਿਹਾ ਕਿ ਜਾ ਕੇ ਕਹਿ ਦਿਓ ਕਿ ਸਾਡੇ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਜੇ ਉਹ ਮੰਨ ਜਾਣ ਤਾਂ ਅਸੀਂ ਵੀ ਉਹਨਾਂ ਦੇ ਪਿੱਛੇ ਧਰਮ ਤਬਦੀਲ ਕਰ ਲਾਂਗੇ। ਔਰੰਗਜ਼ੇਬ ਜ਼ੋਰ ਲਾ ਕੇ ਮਰ ਗਿਆ। ਇੰਨਾ ਡਰ ਦਿੱਤਾ, ਇੰਨੀਆਂ ਧਮਕੀਆਂ ਦਿੱਤੀਆਂ। ਤਿੰਨ ਗੱਲਾਂ ਗੁਰੂ ਸਾਹਿਬ ਦੇ ਸਾਹਮਣੇ ਰੱਖੀਆਂ ਕਿ ਜਾਂ ਤੇ ਤੁਸੀਂ ਕਰਾਮਾਤ ਦਿਖਾਓ। ਮਹਾਰਾਜ ਕਹਿੰਦੇ ਕਰਾਮਾਤ ਕਹਿਰ ਦਾ ਨਾਮ ਹੈ। ਫਿਰ ਆਖਿਆ ਕਿ ਮੁਸਲਮਾਨ ਬਣ ਜਾਓ। ਕਹਿੰਦੇ ਸਭਨਾਂ ਨੂੰ ਆਪੋ ਆਪਣਾ ਧਰਮ ਪਿਆਰਾ, ਜਿਵੇਂ ਤੈਨੂੰ ਹੈ ਉਸ ਤਰ੍ਹਾਂ ਮੈਨੂੰ ਹੈ। ਇੱਕ ਗੱਲ ਵਿਚਾਰ ਵਾਲੀ ਹੈ ਕਿ ਇਹੀ ਜ਼ੁਲਮ ਜਿਹੜਾ ਮੁਸਲਮਾਨ ਔਰੰਗਜ਼ੇਬ ਹਿੰਦੂਆਂ ਤੇ ਕਰ ਰਿਹਾ ਸੀ ਜੋ ਉਸ ਟਾਈਮ ਤੇ, ਔਰੰਗਜ਼ੇਬ ਦੀ ਜਗ੍ਹਾ ਤੇ ਕੋਈ ਹਿੰਦੂ ਸ਼ਾਸਕ ਤੇ ਮੁਸਲਮਾਨਾਂ ਦੇ ਕਰਦਾ ਹੁੰਦਾ, ਮਹਾਰਾਜ ਨੇ ਮੁਸਲਮਾਨਾਂ ਦੇ ਹੱਕ 'ਚ ਖੜ ਜਾਣਾ ਸੀ। ਗੁਰੂ ਸਾਹਿਬ ਦੀ ਵਿਰੋਧਤਾ ਤਾਂ ਜ਼ੁਲਮ ਦੇ ਨਾਲ ਹੈ, ਜ਼ਾਲਮ ਦੇ ਨਾਲ ਹੈ। ਮਹਾਰਾਜ ਨੇ ਕਿਸੇ ਧਰਮ ਨੂੰ ਮਾੜਾ ਨਹੀਂ ਆਖਿਆ। ਧਰਮ ਸਾਰੇ ਪਰਮਾਤਮਾ ਦੇ ਜਨਾਇਕ ਹਨ ਔਰ ਉਹਦਾ ਰਸਤਾ ਦਸਾਉਂਦੇ ਨੇ। ਜੇ ਕੋਈ ਸੱਚੇ ਸੁੱਚੇ ਮਨ ਦੇ ਨਾਲ ਚੱਲੇ ਤਾਂ ਚੜ੍ਹਦੀ ਕਲਾ ਹੈ। ਇੰਜ ਗੁਰੂ ਮਹਾਰਾਜ ਕਹਿਣ ਲੱਗੇ ਕਿ ਆਪਾਂ ਧਰਮ ਵੀ ਤਬਦੀਲ ਨਹੀਂ ਕਰਨਾ। ਫਿਰ ਕਹਿੰਦਾ ਕਿ ਮਰਨ ਵਾਸਤੇ ਤਿਆਰ ਹੋ ਜਾਓ। ਸਾਹਿਬ ਕਹਿੰਦੇ ਸ਼ਹੀਦੀ ਪਾਉਣ ਲਈ ਆਏ ਆ। ਪੈ ਕਾਹੂ ਕੋ ਦੇਤ ਮੈਂ ਲੈ ਪੈਮਾਨ ਦਿਆਰ ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਰੀ ਲੋਕਾਨ। ਇਉਂ ਜੇ ਇਸ ਜਗਤ ਦੇ ਵਿੱਚ ਕੋਈ ਪੁਰਖ ਹੈ ਤੇ ਉਹ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਇੰਨੀ ਮੰਨੀ ਲਾਸ਼ਾਂ ਦੀ ਕੁਰਬਾਨੀ ਦਿੱਤੀ। ਧਰਮ ਹੇਤ ਸਾਕਾ ਜਨ ਕੀਆ ਸੀਸ ਦਿਆ ਪਰ ਸਿਰ ਨਾ ਦਿਆ। ਫਿਰ ਮਰਦ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਚੇਲਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਵੇਖੋ ਕਿੰਨੀ ਵੱਡੀ ਕੁਰਬਾਨੀ ਕੀਤੀ। ਆਪਣੇ ਪਰਿਵਾਰ ਦੇ 27 ਮੈਂਬਰ ਜੰਗਾਂ ਯੁੱਧਾਂ ਦੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ, ਦੇਸ਼ ਕੌਮ ਦੀ ਆਜ਼ਾਦੀ ਖਾਤਰ ਸ਼ਹੀਦ ਕਰਵਾਏ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇੱਕੋ ਇੱਕ ਮਰਦ ਹੋਇਆ। ਮਰਦ ਦਾ ਉਦੋਂ ਹੋਰ ਵੀ ਬਥੇਰੇ ਸੀ ਪਰ ਜ਼ੁਲਮ ਦੇ ਵਿਰੁੱਧ ਕੋਈ ਨਹੀਂ ਡਟਿਆ। ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਰਦ ਦਾ ਚੇਲਾ ਕੌਣ ਖਾਲਸਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਕਾਇਮ ਕੀਤਾ। ਸਰਹੰਦ ਦੀ ਇੱਕ ਨਟ ਖੜਕਾ ਕੇ ਵਜੀਦੇ ਨੂੰ ਕੋੜੇ ਦੀਆਂ ਟਾਪਾਂ ਮਗਰ ਪਾ ਕੇ ਧੋ ਧੋ ਕੇ ਮਾਰਿਆ। ਸਾਹਿਬਜ਼ਾਦੇ ਨੇ ਸ਼ਹੀਦੀ ਦਾ ਬਦਲਾ ਲਿਆ ਤੇ ਸਰਹੰਦ ਦਾ ਗਵਰਨਰ ਸਭ ਤੋਂ ਪਹਿਲਾਂ ਬਾਬਾ ਬਾਦ ਸਿੰਘ ਨੂੰ ਥਾਪਿਆ। ਸਿੱਖ ਰਾਜ ਦਾ ਸਿੱਕਾ ਚਲਾਇਆ। ਖਾਲਸਾ ਪੰਥ ਮਰਦ ਦਾ ਚੇਲਾ ਹੈ। ਤੋ ਪਹਿਲ ਪੁਰਸਾ ਬਿਨਾ ਸਾਰਿਆਂ ਦਾ ਜੋ ਆਦਿ ਰੂਪ ਹੈ ਤੇ ਪੁਰਸਾ ਪੂਰਨ ਪੁਰਖ ਹੈ, ਉਹ ਹੈ ਅਕਾਲ ਪੁਰਖ। ਦਸੇ ਪਾਤਸ਼ਾਹੀਆਂ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰਿਤ ਜ਼ਿੰਦਗੀ ਜਿਉਣ ਵਾਲਾ ਪੰਜਾਂ ਪਿਆਰਿਆਂ ਦਾ ਜਥਾ, ਜਿਨ੍ਹਾਂ ਇੱਕੋ ਹੀ ਬਚਨ ਦੇ ਸੀਸ ਭੇਟਾ ਕੀਤਾ, ਖਾਲਸਾ ਪੰਥ। सो एक पुरख है, इस जग में पुरख एक है और सगली नार सबाई, बाकी सब जीव रूप स्त्रियां पानी दे विच पति सदी के अलंकार द्वारा महाराज ने अनेक ही प्रमाण दे के उपदेश बख्शिया है। फिर आप ही विराग पानी रूप है। महाराज पानी रूप होया जीवन के भले लिए। वाहो वाहो पानी अलंकार है, तिस जीवन अवर न कोए। कहते गुरबाणी निरंकार है, तिस जिड्डा वड्डा दुनिया च होर कोई नहीं। जिन्ने मर्जी अपने आप को भगवान मानते हैं पर बाणी की बराबरी नहीं को कर सकते। बाणी गुरु, गुरु है बाणी, विच बाणी अमृत सारे।
गुरबाणी कह है सेवक जन मन प्रतख गुरु निस्तारे। इसलिए सतगुर की बाणी सत स्वरूप है, गुरबाणी बनी है। बोले साहिब कै खान है, दास बाणी ब्रह्म बखान है। क्या उस तो बिना बाणी संपूर्ण होई, कीता फसाओ एको खवाओ। इसे ही गुरबाणी द्वारा वाहिगुरु जी ने सृष्टि की रचना की है। कलगीधर महाराज के वचन ने प्रथमे ओंकार तिन कहा। सब तो पहला एक ओंकार मंगल है ना, जो समुची गुरबाणी का बीज रूप है। एक ओंकार बीज रूप है, एक ओंकार सतगुर प्रसाद बीज मंत्र है। एक ओंकार सतनाम करता पुरख निरभਉ निर्वैर अकाल मूरत अजूनी सहबन गुर प्रसाद। इथों तक वाहिगुरु वालों 3 दिन मेई नदी च प्रवेश रहन तो अकाल पुरख के पासों जो महामंत्र लैके सारे प्रगट होए, वो वाहिगुरु वालों सचखंड तो दरगाह के गुर प्रसाद तक बख्शिश होया। सो महामंत्र है। फिर बाबे नानक ने जप उचारिया, जप बाणी का नाम है या बाणी द्वारा वाहिगुरु को जपो। ये गुरु साहब का हुक्म है कि जपो भाई। जपाल सच किन्नू जड़ाद तो सच है, जुगाद सच, जुगा तो भी पहला का सच है हुण भी ते भी पिछे भी है भी सच। सच स्वरूप सी नानक उसी भी सच, पर अगे आने वाले समय में भी सच होगा। ये मूल मंत्र है नानक उसी भी सच तक, जो केवल श्री गुरु ग्रंथ साहिब के विच एक बार आया है। वाहिगुरु गुर मंत्र है, जप होमे कोई। गुर मंत्र की है वाहिगुरु, माला मंत्र की है श्री जपजी साहब। जिमें 108 मंडियां की माला 10-15 मिनटा फिरती है। यूँ 108 मंडियां की माला फेर ली, ये जपजी साहब का पाठ कर ले, थोड़ा जहा फल है। श्री जपजी साहब माला मंत्र है। सो यूँ महाराज खुद आप ही बाणी रूप होया है। वो तो बाणी संपूर्ण हुई, जिहदे तो सृष्टि की पैदाइश हुई। जपजी साहब दे विच इसे भाव को स्पष्ट किया गया, कीता बसाओ एको कुआओ, तिसदे होए लख दरियाओ। इसी प्रकार पहल पुरसा पिरा। पहला पुरुष नूं गुरु साहब की बाणी धारण करनी चाहिए है। बाणी तो बगैर कख भी नहीं है। अजकल कोई कहता मैं इन्हों मुश्का दिता, कोई कहते इन्हों मुश्काता, पर अमृतधारी तो देखते नहीं हैं। अखा तरस जानिया ने केसाधारी के दर्शन करने वास्ते भी। क्यों लोग अमृत छक के उसकी रहत विच परपक नहीं रहिंदे? क्योंकि वो नितनेम नहीं करते। जिन्ना चर बाणी का आसरा नहीं, उन्ना चर रहत भी नहीं रखी जाएगी। तो इस वास्ते सब तो पहला बाणी का आसरा लो। अमृत छकन का पूरा पूरा लाभ कहाँ है जब अपन गुरबाणी का नितनेम करांगे। कईयां का बहुत बड़ा बहाना है जी, असीं तां पढ़ हाँ जी, सानू तां पढ़नी नहीं आउंदी। मोटी जी गल है। तुसीं कहंदे हो भी साडा गुरुद्वारा, असीं बाबे रखे हुए ने, असीं तनख्वाह दिंदे हां, ते फिर बाणी सुणदे क्यों नहीं? मतलब हरेक पिंड दे विच एक दी बजाए 2-4 गुरुद्वारे साहब तो होणगे। ते पर यह थोड़ा भी आप तनख्वाह से बाबा रखिए तो उन्हें ठेका देता भी तू ही पढ़ी जा, महाराज का भोग पाई जा। बाणी का सारे वास्ते ही है, वो सेवा लगी हुई है। तो जिन्ना चर संगत बैठ के दर्शन नहीं देंगियां, गुरुद्वारे च रौनक किवें होएगी? गुरुद्वारा हर कीर्तन सुनिए, बाबे कले ही आसा दी वार भोग पाई जाएंगे, कोई बैठ के सुनूगा ही नहीं। कई गुरु घरां का नितनेम भी पूरा नहीं होता, क्योंकि बाबे ढिले पै जाते हैं भी आउंदा तो है नहीं।
ਕੱਲਾ ਬਾਬਾ ਨਾ ਤਾਂ ਪ੍ਰਕਾਸ਼ ਕਰ ਸਕਦਾ, ਨਾ ਸੁਖਾਸਨ ਕਰ ਸਕਦਾ। ਯਾਨੀ ਸੰਗਤ ਦੇ ਸਹਿਯੋਗ ਤੋਂ ਬਗੈਰ ਗੁਰਦੁਆਰੇ ਦੀ ਸੇਵਾ, ਉਹਦੀ ਮਰਿਆਦਾ ਸੰਪੂਰਨ ਤੌਰ ਤੇ ਸਤਿਕਾਰ ਸਹਿਤ ਕੱਲਾ ਬੰਦਾ ਨਹੀਂ ਰੱਖ ਸਕਦਾ। ਇਸ ਲਈ ਜੇ ਤੁਸੀਂ ਬਾਬਿਆਂ ਨੂੰ ਤਨਖਾਹ ਦਿੰਦੇ ਹੋ ਸੱਚਮੁੱਚ ਤੁਹਾਡੀ ਵਰਡਨ ਤੇ ਬੈਠ ਕੇ ਉਹਨਾਂ ਨੂੰ ਸੁਣੋ ਵੀ। ਬਾਣੀ ਦਾ ਨਿਤਨੇਮ, ਰਹਿਰਾਸ ਸਾਹਿਬ ਦਾ ਪਾਠ, ਕੀਰਤਨ, ਕਥਾ ਪੂਰਾ ਸਾਨੂੰ ਲਾਭ ਸਾਡੇ ਬੱਚਿਆਂ ਸਮੇਤ ਸਾਨੂੰ ਲੈਣਾ ਚਾਹੀਦਾ ਹੈ। ਆਮ ਗੁਰੂ ਘਰਾਂ ਦੀਆਂ ਬਿਲਡਿੰਗਾਂ ਤਾਂ ਬਹੁਤ ਕੀਮਤੀ ਮਹਾਂਪੁਰਖਾਂ ਨੇ ਬਣਾਈਆਂ, ਉਹਨਾਂ ਦੇ ਬਾਰੇ ਜਾਈਏ ਪਰ ਵਿੱਚ ਸਫਾਈ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ। ਕਈ ਵਾਰ ਕਬੂਤਰ ਪੰਛੀ ਆਦਿ ਇਕੱਠਾ ਕਰਦੇ ਫਿਰਦੇ, ਉਹ ਕਮ ਸੇ ਕਮ ਬੰਦਾ ਸਫਾਈ ਤਾਂ ਸੱਚੇ ਪਾਤਸ਼ਾਹ ਕਿਰਪਾ ਕਰਨ। ਤੋ ਇਸ ਲਈ ਪੁਰਸ਼ ਨੂੰ ਸਭ ਤੋਂ ਪਹਿਲਾਂ ਚਾਹੀਦਾ, ਖੰਡੇ ਬਾਟੇ ਦਾ ਅੰਮ੍ਰਿਤ ਦਾ ਜ਼ਰੂਰੀ ਹੈ, ਪਰ ਅੰਮ੍ਰਿਤ ਤੋਂ ਪਹਿਲਾਂ ਗੁਰਬਾਣੀ ਵੀ ਜ਼ਰੂਰੀ ਹੈ। ਰਹਿਤ ਆਪਾਂ ਤਾਂ ਹੀ ਰੱਖ ਪਾਵਾਂਗੇ ਜੇ ਨਿਤਨੇਮੀ ਹੋਵਾਂਗੇ। ਨਹੀਂ ਕਰਨਾ ਹੁੰਦਾ ਬੈਠ ਕੇ ਸਰਵਣ ਕਰੀਏ। ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇ। ਕਈਆਂ ਅਨਪੜ੍ਹਾਂ ਨੂੰ ਮੈਂ ਵੇਖਿਆ ਕਿ ਬਾਣੀ ਸੁਣ ਕੇ ਸੁਖਮਨੀ ਸਾਹਿਬ ਵੀ ਵੇਖੋ ਯਾਦ ਹੋ ਗਏ, ਜਪਜੀ ਸਾਹਿਬ ਵੀ, ਆਨੰਦ ਸਾਹਿਬ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਜੇ ਮਨ ਸ਼ਰਧਾ ਭਾਵਨਾ ਹੋਵੇ। ਸੋ ਪਹਿਲਾਂ ਪੁਰਸ਼ ਨੂੰ ਗੁਰੂ ਸਾਹਿਬ ਦੀ ਬਾਣੀ ਧਾਰਨ ਕਰਨੀ ਚਾਹੀਦੀ ਹੈ। ਅੱਜ ਕੱਲ੍ਹ ਪਖੰਡੀ ਬਾਬੇ ਗੁਰਬਾਣੀ ਤੋਂ ਤੋੜ ਰਹੇ ਨੇ, ਪਰ ਇਹ ਧੜਾ-ਧੜ ਪ੍ਰਚਾਰ ਹੋ ਰਿਹਾ ਹੈ ਕਿ ਕਥਾ ਸਾਡੇ ਕੋਲੋਂ ਸੁਣੋ ਤੇ ਤੁਹਾਨੂੰ ਅੰਮ੍ਰਿਤ ਖੰਡੇ ਬਾਟੇ ਦਾ ਛਕਣ ਦੀ ਨਹੀਂ ਲੋੜ, ਸਾਡੇ ਚਰਨਾਂ ਦੀ ਪਹੁੰਚ ਲਓ, ਮੰਤਰ ਅਸੀਂ ਤੁਹਾਨੂੰ ਕੰਨਾਂ 'ਚ ਦੇਵਾਂਗੇ। ਬਾਣੀ ਤਾਂ ਕਹਿੰਦੀ ਨਾਮ ਜਪੋ, ਤੇ ਨਾਮ ਕਿੱਥੋਂ ਮਿਲਦਾ? ਬਾਬਿਆਂ ਦੇ ਡੇਰੇ ਤੇ। ਫਲਾਣੇ ਦਿਨ ਭੰਡਾਰਾ ਆ ਜਾਇਓ ਬਈ ਭੰਡਾਰੇ ਤੇ, ਜਾਂ ਫਲਾਣੇ ਦਿਨ ਕਥਾ ਹੋਵੇਗੀ, ਤੁਸੀਂ ਆ ਕੇ ਤੇ ਗੁਰ ਮੰਤਰ ਲੈ ਲਿਓ। ਨਾਮ ਜਪਣਾ ਚਾਹੀਦਾ। ਆ ਮਾਲਾ ਫੜੋ ਤੇ ਸਾਡਾ ਗੁਰ ਮੰਤਰ ਦਿੱਤਾ ਹੋਇਆ ਜਪੋ। ਕਿਉਂ ਬਾਣੀ ਨਾਲੋਂ ਤੋੜਿਆ ਜਾ ਰਿਹਾ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀਓ ਹੀ ਪੜ੍ਹ ਕੇ ਕਥਾ ਹੋ ਰਹੀ ਹੈ, ਪਰ ਪ੍ਰਚਾਰ ਇਹ ਹੋ ਰਿਹਾ ਕਿ ਬਾਣੀ ਪੜ੍ਹਨ ਦੀ ਲੋੜ ਨਹੀਂ ਹੈ। ਦੱਸੋ ਬਾਣੀ ਦੀ ਕੋਈ ਜ਼ਰੂਰਤ? ਬਾਣੀ ਹੀ ਭਗਵਾਨ ਹੈ। ਮਹਾਰਾਜ ਨੇ ਕਿਹਾ ਵਾਹ ਵਾਹ ਬਾਣੀ ਨਿਰੰਕਾਰ। ਸਭ ਤੋਂ ਪਹਿਲੀ ਸਟੇਜ ਹੀ ਗੁਰਬਾਣੀ ਹੈ, ਕਿਉਂਕਿ ਬਾਣੀ ਧਾਰਨ ਕਰਕੇ ਹੀ ਸਾਰਾ ਲਾਭ ਪ੍ਰਾਪਤ ਹੋ ਸਕਦਾ। ਮਹਾਰਾਜ ਨੇ ਹੁਕਮ ਕੀਤਾ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ, ਪੀਓ ਅੰਮ੍ਰਿਤ ਸਦਾ ਰਹੋ ਹਰਿ, ਜਪਿਓ ਸਾਰੰਗ ਬਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸੋ ਮੈਂ ਤਾਂ ਇਹ ਕਹਿੰਦਾ ਹਾਂ, ਤੁਹਾਡੀ ਵਿਚਾਰ ਕੁਝ ਵੱਖ ਹੋ ਸਕਦੀ ਹੈ। ਮੇਰੇ ਵਿਚਾਰ ਨੇ ਕਿ ਪਿੱਛੇ ਬਹੁਤ ਕੁਝ ਵਾਪਰਿਆ ਗੁਰੂ ਘਰਾਂ ਦੇ ਵਿੱਚ, ਕਹਿਣ ਤੋਂ ਜ਼ਬਾਨ ਥਥਲਾਉਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ। ਕਾਰਨ ਕੀ ਸੀਗਾ? ਕਿ ਬਾਬਾ ਵੀ ਉੱਥੇ ਨਹੀਂ ਸੀਗਾ। ਮਾਰਿਆ ਜਿੰਦਰਾ ਜਾਂ ਕੁੰਡਾ ਮਾਰਿਆ ਜਾਂ ਖੁੱਲਾ ਛੱਡ ਕੇ ਆਪ ਕਿਤੇ ਮਹਾਰਾਜ ਦਾ ਪ੍ਰਕਾਸ਼। ਇਹਦੇ ਨਾਲੋਂ ਨਾਨਕਸਰੀਏ ਮਹਾਂਪੁਰਖ ਮੈਂ ਚੰਗੇ ਸਮਝਦਾ। ਜਿੰਨਾ ਚਿਰ ਆਪ ਹੁੰਦੇ ਨੇ, ਸੰਗਤ ਹੁੰਦੀ, ਉਹਨਾਂ ਚਿਰ ਮਹਾਰਾਜ ਦਾ ਪ੍ਰਕਾਸ਼ ਰੱਖਦੇ, ਨਹੀਂ ਤਾਂ ਗੁਰੂ ਸਾਹਿਬ ਦਾ ਪਾਵਨ ਸੁਖਾਸਨ ਕਰਕੇ ਦਰਵਾਜ਼ਾ ਬੰਦ ਕਰ ਦਿੰਦੇ। ਗੁਰਦੁਆਰਾ ਬਣਾਉਣਾ ਸੌਖਾ, ਪ੍ਰਕਾਸ਼ ਕਰਨਾ ਸੌਖਾ ਹੈ, ਪਰ ਉਹਦੀ ਮਰਿਆਦਾ ਵਿੱਚ ਵਿਚਰਨਾ ਔਖਾ ਹੈ। ਜਿਸ ਜਗ੍ਹਾ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ, ਜਿੰਨੇ ਪਰਿਵਾਰ ਹੋਣ, ਉਹਨਾਂ ਦੀ ਆਪਸ ਦੇ ਵਿੱਚ ਡਿਊਟੀ ਵੰਡੀ ਜਾਏ ਕਿ 2 ਘੰਟੇ ਜਾਂ ਘੰਟਾ ਭਾਈ ਤੁਹਾਡੇ ਪਰਿਵਾਰ ਨੇ ਚੌਰ ਕਰਨਾ ਹੈ। ਕਿੰਨਾ ਚੰਗਾ ਹੋਵੇ। ਨਾਲੇ ਚੌਰ ਸਾਹਿਬ ਦੀ ਸੇਵਾ ਹੋਵੇ, ਨਾਲੇ ਸ੍ਰੀ ਸਹਿਜ ਪਾਠ। ਜਿਸ ਤਰ੍ਹਾਂ ਇਸ ਸਥਾਨ ਤੇ ਹਮੇਸ਼ਾ ਹੀ ਮਹਾਰਾਜ ਦੀ ਹਜ਼ੂਰੀ ਸਹਿਜ ਪਾਠ ਚੱਲਦਾ ਰਹਿੰਦਾ, ਪਰ ਵਾਰੀ ਲੈਣੀ ਹੋਵੇ 2-2 4-4 ਮਹੀਨੇ ਉਡੀਕ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਮਰਿਆਦਾ ਚੱਲ ਪਏ, ਇਹ ਸਾਹਿਬ ਦਾ ਪ੍ਰਕਾਸ਼, ਇਹ ਨਾਲ ਚੌਰ, ਸਾਹਿਬ ਦੀ ਸੇਵਾ, ਨਾਲ ਸਹਿਜ ਪਾਠ, ਇਹ ਸੰਗਤਾਂ ਵਿੱਚ ਕਿੰਨਾ ਉਤਸ਼ਾਹ ਪੈਦਾ ਹੋਵੇ। ਜਦ ਅਸੀਂ ਮਹਾਰਾਜ ਤੋਂ ਪ੍ਰਕਾਸ਼ ਕਰਕੇ ਪਾਸੇ ਹੋ ਜਾਂਦੇ ਆ, ਗੁਰਦੁਆਰਾ ਖਾਲੀ ਹੋ ਜਾਂਦਾ, ਜਿਹੜਾ ਮਰਜ਼ੀ ਆਵੇ ਜਾਵੇ। ਆ ਨਿੱਕੇ ਨਿੱਕੇ ਲੈਂਡ ਲੋਕ ਬਣਾਉਂਦੇ ਨੇ,
ਨਿੱਕੀਆਂ ਨਿੱਕੀਆਂ ਸੁਸਾਇਟੀਆਂ ਬਿਲਡਿੰਗਾਂ ਬਣਦੀਆਂ, ਉੱਥੇ ਵੀ ਸਿਕਿਉਰਿਟੀ ਗਾਰਡ 24 ਘੰਟੇ ਖੜਾ ਰਹਿੰਦਾ ਵਰਦੀ ਪਾ ਕੇ, ਤੇ ਰੁਪਈਆ 12,000 ਦੀ ਤਨਖਾਹ ਹੁੰਦੀ ਹੈ। ਗੁਰਦੁਆਰਿਆਂ 'ਚ ਕੁਛ ਵੀ ਨਹੀਂ ਹੈ। ਆਉਂਦਿਆਂ ਜਾਂਦਿਆਂ ਕਿਸੇ ਤੇ ਨਿਗਾਹ ਨਹੀਂ ਰੱਖੀ ਜਾਂਦੀ, ਕਿਸੇ ਨੂੰ ਪੁੱਛਿਆ ਨਹੀਂ ਜਾਂਦਾ। ਹੁਣ ਇਹ ਪ੍ਰਚਾਰ ਹੁੰਦਾ ਜੀ ਕੈਮਰੇ ਲਾਓ, ਕੈਮਰੇ ਕੀ ਕਰਦੇ ਹੋਣਗੇ ਜੇ ਬੰਦਾ ਹੀ ਨਹੀਂ ਉੱਥੇ ਹੋਊਗਾ? ਕੈਮਰਾ ਦਾ ਫੋਟੋ ਦਿਖਾਊਗਾ, ਫੜੂਗਾ ਥੋੜਾ, ਜੋ ਕੁਛ ਕਰਨਾ ਅਗਲਾ ਕਰਕੇ ਚਲਾ ਗਿਆ। तो महाराज की सेवा दे विच कम से कम एक सेवादार तो हाजिर होवे। जे सचमुच ही साडे मन दे विच प्रकाश करन दा शौक है, तो इसलिए गुरबाणी दे नाल जुड़ी है। असीं गुरबाणी नूं साडे बच्चे बहुत दूर जाते हैं। पहल पुरसा विरा, सब तो पहलों पुरुष नूं चाहीदा कि गुरबाणी नूं पढ़े ते सुने ते मन दे विच प्यार रखे। गा भी सुनिए मन रखिए भाव, ਤਾਂ ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਆਪਾਂ ਆਉਂਦੇ ਆ, ਤੁਰ ਜਾਂਦੇ ਆ, ਪ੍ਰਸ਼ਾਦ ਵੀ ਕਰਾਉਂਦੇ ਆ, ਸਭ ਕੁਝ ਕਰਦੇ ਆ, ਪਰ ਸੁਣਦੇ ਨਹੀਂ, ਧਾਰਨ ਨਹੀਂ ਕਰਦੇ। ਹਰ ਕਹਿੰਦੇ ਜੇ ਗਾਓਗੇ, ਸੁਣੋਗੇ, ਮਨ 'ਚ ਪ੍ਰੇਮ ਰੱਖੋਗੇ ਤਾਂ ਫਿਰ ਦੁੱਖਾਂ ਨੂੰ ਨਾਸ਼ ਕਰਕੇ ਆਪਣੇ ਘਰਾਂ ਵਿੱਚ ਸੁੱਖ ਲੈ ਜਾਓਗੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤੁਸੀਂ ਮੈਨੂੰ ਹੀ ਪੁੱਛ ਲਿਓ, ਮੈਂ ਬਹੁਤੀ ਦੂਰ ਨਹੀਂ ਜਾਂਦਾ। समाप्ति तो बाद जब मैं जोड़ा पावांगा, मैंने उदों पुछ लियो भी हुक्मनामा किहड़ा आया। सच्ची गल है, महाराज जी हजूरी झूठ नहीं बोलना। मैं तुहानूं दस नहीं सकांगा कि हुक्मनामा किहड़ा आया, क्योंकि मेरा दिमाग ही ठिकाने नहीं है। उसी वक्त ही सुनिया ही नहीं, पता नहीं भुल ही गया। जे सुनिया होवे तो भुले क्यों, पता नहीं होंदा, चेता ही नहीं रहिंदा। इन्नी की साडी सोच है, इन्नी की एकाग्रता है। साहब कहते हैं भाई अटेंडेंस पूरी पूरी मानसिक तौर पर एक मन हर जी तिहाए तो एक मन एक चित पाए। हर किया सदा सदा वड्याइयां दे ना पछोताए। गुरबाणी गावे भाई वो सफल सदा सुखदाई। सो पहलो पहल पुरुष नूं बाणी पढ़नी चाहिदी है। अथोन पुरसा दमरा, अथोन उस तो उपरंत पुरसा पूर्ण पुरुष परमेश्वर नूं रमिया होया जान के या रमिया होया जानन लई इंद्रियां दा दमन करे। एवें परमेश्वर नहीं जानिया जा सकदा। जिहड़ा खाण पीण भोगण वेखण सुन सुंघण जी लगा होया, उन्होंने परमेश्वर की प्राप्ति कितों हो जाएगी? खाना पीना हसना सौना विसर गया है मरना। कसम सार कुआरी कीने त्रिग जीवन नहीं रहना। तो इसलिए जिन्होंने रारा रस रस कर जाने वो रस सो रस पहचाने। ये रस छे वो रस आवा, वो रस पिया, ये रस नहीं भावा। ये रस छड्डण तो ही महाराज के नाम का रस आउंदा। इंद्रियां का दमन करके उस परमेश्वर की प्राप्ति है। इसलिए अखां दे नाल बुरी भावना करके बगाना रूप ना वेखे, सारियां नूं परमेश्वर रूप जान के वेखे ते गुरु संगत के दर्शन करे। कन्ना नाल निंदा चुगली ना सुने, निरंकार की सिफत सलाह अते शुभ विचार श्रवण करे। जबान नाल किसी की निंदा ना करे, कौड़ा शब्द ना बोले, किसी का दिल ना दुखाए। परमेश्वर की सिफत सलाह करे, नाम जपे, बाणी पढ़े, सोहने सोहने मिठे ते प्यारे भजन बोले। हत्थां नाल चोरी ना करे, किसी को मारे कुटे ना। गुरु ते संगत की सेवा ते धर्म की किरत करे। पैरां नाल कोई संगत विच ना जावे। महाराज ते साध संगत दे दर्शन करे। पाप सुहावे जा तो थिर जुलद, शीस सुहावा चरनी, मुख सुहावा जा तो जस गावे, जियो पया तो सरनी। इस तरह अंतर गुर आराधना, जीवा जप गुरु नाम। श्लोक महला पंजवा। अंतर गुर आराधना, जीवा जप गुरु नाम। नेत्री सतगुर देखना, श्रवणी सुनना गुरु नाम। सतगुर सेती रतिया, दरगह पाइया ठाओ,
ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਿਲ ਤੂੰ ਕਾਢੀਐ ਬਿਰਲੇ ਕੇ ਅੱਖਾਂ ਨਾਲ ਸੇਵਾ ਦੇ ਦਰਸ਼ਨ ਕਰਨੇ ਕੰਨਾਂ ਨਾਲ ਕਥਾ ਕੀਰਤਨ ਸੰਗਤ ਬੈਠ ਕੇ ਸਰਵਣ ਕਰਨਾ ਹੱਥਾਂ ਨਾਲ ਸੇਵਾ ਪੈਰਾਂ ਨਾਲ ਚੱਲ ਕੇ ਆਉਣਾ ਚੱਲ ਚੱਲੋ ਮਾਰੂ ਗੋਬਿੰਦ ਇਉਂ ਇੰਦਰੀਆਂ ਨੂੰ ਚੰਗੇ ਪਾਸੇ ਲਾਉਣਾ ਬੁਰੇ ਪਾਸੇ ਵੱਲੋਂ ਇਹਨਾਂ ਨੂੰ ਦਮ ਰੋਕ ਕੇ ਰੱਖੇ ਇਹਨਾਂ ਨੂੰ ਦਮਨ ਕਰੇ ਅਸਗਾ ਅਸ ਉਸਗਾ ਐਸਾ ਢੁੱਗਾ ਗਿਆਨ ਸਰੂਪ ਹੈ ਉਹ ਸਾਡੀ ਐਸ ਲੋਕ ਦੀ ਵੀ ਅਤੇ ਉਸ ਲੋਕ ਦੀ ਵੀ ਗਾ ਗਿਆਨ ਭਾਵ ਹਾਲਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਬਿਨ ਬਖਨੇ ਬਿਨ ਕਹਿਨ ਕਹਾਵਨ ਅੰਤਰਜਾਮੀ ਜਾਣੈ अनबोले को तो ही पहचान जो जीवन में होता रे मन खाए कहाँ लो डह जाए जो वेखद ही संग सुनता सब किश सुनदा वेखदा कि मुकर पाया जाए सो इंज वो वाहिगुरु अंतरजामी सबना नूं देख रहा है हर का बकरा परमेश्वर नूं ਸਾਰੇ ਸੰਸਾਰ ਦੇ ਵਿੱਚ ਬਾਗ ਦਾ ਰਾਹ ਰਮਿਆ ਹੋਇਆ ਜਾਣ ਕੇ ਇਹ ਸੰਸਾਰ ਉਸ ਹਰੀ ਦਾ ਹੀ ਬਗੀਚਾ ਹੈ ਇੰਜ ਜਾਣੋ ਇਹੋ ਜਗਵਾੜੀ ਮੇਰਾ ਪ੍ਰਭੂ ਮਾਲੇ ਸਦਾ ਸੰਭਾਲੇ ਕੋ ਨਹੀਂ ਖਾਲੀ ਇਸ ਤਰ੍ਹਾਂ ਨਾਚੈ ਬਿੰਦੀ ਮਹਿ ਸਾਗਰਾ ਨੰਨੇ ਦੇ ਕੰਨੇ ਦੇ ਵਿੱਚੋਂ ਐੜਾ ਸੰਧੀ ਕੱਢੀਏ ਤਾਂ ਨਾ ਆਚੈ ਫਿਰ ਵਿਸ਼ੇ ਵਿਕਾਰਾਂ ਦੀ ਖੁਰਾਕ ਨੂੰ ਆਚੈ ਖਾਵੇਗਾ ਨਹੀਂ ਪਰ ਵਿਸ਼ਿਆਂ ਦੀ ਵਾਸ਼ਨਾ ਤੋਂ ਰਹਿਤ ਹੋ ਜਾਵੇਗਾ ਜਾਂ ਫਿਰ ਵਿਸ਼ਿਆਂ ਜੀ ਨਹੀਂ ਖਾਧਾ ਜਾਵੇਗਾ ਬਚ ਜਾਵੇਗਾ ਵਿਸ਼ਿਆਂ ਤੋਂ ਮਹੱਲਾ ਪੰਜਵਾਂ ਫਰੀਦਾ ਘੁੰਮ ਰੰਗਾਵਲੀ ਮੰਜ ਵਸੂਲਾ ਬਾ ਜੋ ਜਨ ਵੀਰ ਨਵਾਜਿਆ ਤਿਨਾ ਅੰਚਨਾ ਲਾ ਪਰ ਫਿਰ ਤੂੰ ਸਾਰੇ ਹੀ ਜੀਵਾਂ ਨੂੰ ਪਿੰਡੀ ਪਿੰਡਾਂ ਦੀ ਤਰ੍ਹਾਂ ਸਾਗਰਾ ਬ੍ਰਹਮ ਰੂਪੀ ਜਾਣ ਲਵੇਗਾ ਬ੍ਰਹਮ ਦਿਸੈ ਬ੍ਰਹਮ ਸੁਣੀਐ ਇੱਕ ਇੱਕ ਬਖਾਣੀਐ ਆਤਮ ਦਾ ਸਾਰਾ ਕਰਨ ਹਰ ਪ੍ਰਭ ਨਹੀਂ ਜਾਣੀਐ ਰਹਾਉ ਇੱਥੇ ਵਿਸ਼ਰਾਮ ਦਿੰਦੇ ਨੇ ਰਹਾਉ ਦਾ ਤੇ ਬੀਜੋ ਸਾਧ ਸੰਗਤ ਜਿਸ ਪਾਵਨ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਬੀਜਣਾ ਕਰੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ ਨਾਚੰਤੀ ਗੋਪੀ ਜਨਾ ਸੰਸਾਰ ਦੇ ਸਾਰੇ ਗੋਪੀ ਇਸਤਰੀਆਂ ਤੇ ਜਨਾਂ ਪੁਰਸ਼ ਉਹਦੀ ਚੇਤਨ ਸੱਤਾ ਦੇ ਨਾਲ ਹੀ ਨਾਚੰਤੀ ਕਿਰਿਆ ਕਰ ਰਹੇ ਹਨ ਉਹਦੀ ਚੇਤਨ ਸੱਤਾ ਤੋਂ ਬਗੈਰ ਕੋਈ ਕਿਰਿਆ ਨਹੀਂ ਕਰ ਸਕਦਾ ਆਪਣੇ ਆਪ ਕੁਝ ਵੀ ਨਹੀਂ ਹੋ ਸਕਦਾ ਹੈ ਸਾਰੇ ਜੜ ਹਨ ਜਾਂ ਇਸੇ ਪ੍ਰਕਾਰ ਨਾਚੰਤੀ ਗੋਪੀ ਜਨਾ ਜੋ ਗੋਰ ਇੰਦਰੀਆਂ ਦਾ ਵੀ ਪਤੀ ਸਾਖੀ ਚੇਤਨ ਬ੍ਰਹਮ ਹੈ ਉਹ ਸਾਰਿਆਂ ਦੀਆਂ ਨਾਚੰਤੀ ਗਤੀਆਂ ਨੂੰ ਜਾਣਨ ਵਾਲਾ ਹੈ ਕਿ ਕਿਸ ਕਿਸ ਪਾਸੇ ਲੱਗੀਆਂ ਹੋਈਆਂ ਨੇ ਜਾਂ ਆਪਣੇ ਪਿਆਰਿਆਂ ਦੇ ਹਿਰਦਿਆਂ ਵਿੱਚ ਸ਼ੁਭ ਗੁਣਾਂ ਨੂੰ ਪੈਦਾ ਕਰਨ ਵਾਲਾ ਹੈ ਰਤਨ ਜਿਵੇਂ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ दया का पोता हर भगता हवाले होता नैया ते बैरे कन्ना उस नियमता प्रेरक तू बैरे बगैर कन्ना कौन है भाई दसो जी कोई है साड़ी चाची तो कोई भी नहीं है भगत नामदेव जी कहते एक भी नहीं है तू इंज निश्चय कर एक अनेक व्यापक पूरक जत देखो तद सोई आसा बन श्री नामदेव जी एक अनेक व्यापक पूरक जत देखो तद सोई माया चित्र बचित्र विमोहत बिरला बुझे कोई सब गोबिंद है सब गोबिंद है गोबिंद बिन नहीं कोई सूत एक मन सत सहस जैसे ओत बोध प्रभ सोई रहाओ जल तरंग अर फेन बुध बदल जल ते भिन्न न होई
ਇਹੋ ਪਰਪੰਚ ਪਾਰ ਬ੍ਰਹਮ ਕੀ ਲੀਲਾ ਵਿਚਰ ਧਿਆਨ ਨਾ ਹੋਈ। ਨਈਆਂ ਤੇ ਬੈਰੇ ਕੰਨਾ, ਇਹ ਕੰਨਾ ਇੱਕ ਵੀ ਨਹੀਂ ਹੈ ਨਿਯੰਤਾ ਪ੍ਰੇਰਕ ਵਾਹਿਗੁਰੂ ਤੋਂ ਬਗੈਰ। ਤਰਕ ਨਾ ਚਾਰ, ਜੇ ਤੂੰ ਤਰ ਕਰਨਾ ਹੈ ਤਾਂ ਇੰਦੇ ਨੇ ਕੂੜੇ ਝੂਠੇ ਪਦਾਰਥਾਂ ਦੇ ਵਿੱਚ ਨਾ ਜਾ, ਚਿੱਤ ਨੂੰ ਨਾ ਚੁੱਕਣਾ ਕਰ। ਭਾਵ ਚਿੱਤ ਨੂੰ ਨਾ ਚਾਹ ਨਾ ਲਾ ਜਾਂ ਚਾਹ ਚੁੱਕ ਦੇ, ਭਾਵ ਇਹਨਾਂ ਦੀ ਇੱਛਾ ਨੂੰ ਹਿਰਦੇ ਤੋਂ ਕੱਢ ਦੇ, ਚੱਕ ਕੇ ਉਹ ਮਾਰ। ਜਾਂ ਚਾਹ ਨਾ ਚਾਹ ਝੂਠੇ ਪਦਾਰਥਾਂ ਨੂੰ, ਭਾਵ ਇਹਨਾਂ ਦੀ ਚਾਹ ਨਾ, ਇਹਨਾਂ ਦੀ ਇੱਛਾ ਦਾ ਤਿਆਗ ਕਰ ਦੇ। ਕਿਉਂਕਿ ਕਬੀਰ ਆਸਾ ਕਰੀਏ ਰਾਮ ਕੀ ਅਬਰ ਆਸ ਨਿਰਾਸ, ਨਰਕ ਭਰੇ ਤੇ ਮਨ ਨਹੀਂ ਜੋ ਹਰ ਨਾਮ ਉਦਾਸ। ਇਸੇ ਪ੍ਰਕਾਰ ਤਰਕ ਨਾ ਚਾਰ, ਸੋ ਉਹ ਕੂੜ ਝੂਠ ਆਦਿਕਾਂ ਨੂੰ ਨਾ ਬੋਲਿਆ ਕਰ ਜੇ ਤੂੰ ਕਰਨਾ ਚਾਹੁੰਦਾ ਹੈ। ਬੋਲੀਏ ਸੱਚ ਧਰਮ। ਸਿੱਖ ਧਰਮ ਦਾ ਮੁੱਢਲਾ ਅਸੂਲ ਇਹ ਹੈ, ਸਭ ਤੋਂ ਪਹਿਲੀ ਗੱਲ, ਜਿਹਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਿੱਖ ਬਣਨਾ, ਭੂਮੀਆਂ ਨੂੰ ਮਹਾਰਾਜ ਨੇ ਤਿੰਨ ਹੀ ਗੱਲਾਂ ਦੱਸੀਆਂ ਸੀਗੀਆਂ ਕਿ ਜੇ ਤੂੰ ਤਿੰਨ ਹੀ ਆਪਣੀ ਜ਼ਿੰਦਗੀ 'ਚ ਧਾਰਨ ਕਰ ਲਏਗਾ ਤਾਂ ਕਦੀ ਧੋਖਾ ਨਹੀਂ ਖਾਏਗਾ, ਤੇਰਾ ਪਾਰ ਉਤਾਰਾ ਹੋ ਜਾਊਗਾ। ਪਹਿਲੀ ਗੱਲ ਕੀ, ਝੂਠ ਨਹੀਂ ਬੋਲਣਾ। ਝੂਠ ਨਾ ਬੋਲ ਪਾਂਡੇ, ਸੱਚ ਕਹੀਏ, ਪੜਦਾ ਝੂਠ ਨਾ ਬੋਲ। ਪੜਦ ਬਣ ਕੇ ਝੂਠ ਬੋਲਣ ਦੋ, ਲੋਕਾਂ ਦੇ ਮਨ ਵਿੱਚ ਧਰਮ ਪ੍ਰਤੀ ਨਫ਼ਰਤ ਪੈਦਾ ਹੁੰਦੀ ਹੈ। ਧਰਮ ਦਾ ਮੁਖਾਟਾ ਪਾ ਕੇ ਝੂਠ ਨਾ ਬੋਲ। ਹਉਮੈ ਜਾਏ ਸ਼ਬਦ ਘਰ ਲਈਐ, ਹਉਮੈ ਚਲੇ ਜਾਏਗੀ ਤੇ ਸ਼ਬਦ ਦੇ ਦੁਆਰਾ ਹਿਰਦੇ ਘਰ ਦੇ ਵਿੱਚ ਹੀ ਵਾਹਿਗੁਰੂ ਨੂੰ ਪਾ ਲਵੇਗਾ ਜੇ ਝੂਠ ਨਹੀਂ ਬੋਲੇਗਾ। ਬੋਲੀਏ ਸੱਚ ਧਰਮ, ਇਹ ਧਰਮ ਦੀ ਮਰਿਆਦਾ ਕੇ ਸੱਚ ਬੋਲੋ। ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾ ਜੋਲੀਐ। ਮੁਰੀਦਾਂ ਨੂੰ ਉਹੀ ਰਸਤੇ ਤੇ ਤੁਰਨਾ ਚਾਹੀਦਾ ਜੋ ਗੁਰੂ ਸਾਹਿਬ ਰਸਤਾ ਦੱਸਣ, ਕਿਉਂਕਿ ਕੂੜ ਬੋਲ ਮੁਰਦਾਰ ਖਾਏ। ਜੇ ਸੱਚਮੁੱਚ ਹੀ ਆਪਾਂ ਆਪਣੇ ਆਪ ਨੂੰ ਵੈਸ਼ਨੋ ਕਹਾਉਂਦੇ ਆ, ਨੱਕ ਫੜਦੇ ਆ, ਬਾਹਰ ਮਾਸ ਛੋੜ ਨੱਕ ਪਕੜਿਆ ਰਾਤੀ ਮਾਨਸ ਖਾਣੇ, ਝੂਠ ਬੋਲ ਕੇ ਵੱਡੇ ਵੱਡੇ ਬੰਦਿਆਂ ਨੂੰ ਹੜਪ ਜਾਂਦੇ ਆ, ਯਾਨੀ ਰਿਸ਼ਵਤ ਵੱਡੀ ਖੋੜੀ, ਅਗਲੇ ਦੀ ਮਿਹਨਤ ਦੀ ਕਮਾਈ ਨੂੰ ਡਕਾਰ ਵੀ ਨਹੀਂ ਮਾਰਦੇ, ਸ਼ੱਕ ਕੇ ਪਾਸੇ ਹੁੰਦੇ ਆ। ਇਹ ਮੁਰਦਾਰ ਖਾਣਾ ਹੈ। ਅਸੀਂ ਅਸਲੀ ਤੇ ਸੱਚੇ ਵੈਸ਼ਨੋ ਤਾਂ ਕਹਾ ਸਕਦੇ ਹਾਂ ਜੇ ਝੂਠ ਦਾ ਤਿਆਗ ਕਰਾਂਗੇ, ਨਹੀਂ ਤਾਂ ਕੂੜ ਬੋਲ ਮੁਰਦਾਰ ਖਾਏ। ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸਾਥੇ, ਨਾਨਕ ਐਸਾ ਅੱਗ ਹੋ ਜਾਵੇ। ਇਹ ਭੂਮੀਆਂ ਝੂਠ ਨਹੀਂ ਬੋਲਣਾ, ਤੇ 2 ਨੰਬਰ ਤੇ ਖੂਨ ਖਾ ਕੇ ਹਰਾਮ ਨਹੀਂ ਕਰਨਾ, 3 ਨੰਬਰ ਤੇ ਗਰੀਬ ਮਾਰ ਨਹੀਂ ਕਰਨੀ ਤੇ ਨਾ ਹੋਣ ਦੇਣੀ। ਤੋ ਉਹਦੇ ਇਹ ਤਿੰਨੇ ਵਚਨ ਪਾਰ ਉਤਾਰੇ ਲਈ ਸਹਾਈ ਹੋਏ, ਚੜ੍ਹਦੀ ਕਲਾ ਹੋ ਗਈ। ਇੰਜ ਤਰਕ ਨਾ ਜਾ, ਇਹ ਭਾਈ ਕੋ ਝੂਠ ਕੂੜ ਆਦਿ ਨੂੰ ਨਾ ਬੋਲਿਆ ਕਰ। ਭ੍ਰਮੀਆ ਚਾਰ, ਇਹ ਭਰਮ ਨੂੰ ਵੀ ਹਿਰਦੇ ਵਿੱਚੋਂ ਚਾਹ ਛੁੱਟਦੇ ਪਾਰ ਮੇਟਦੇ, ਕਿਉਂਕਿ ਮਿਥਿਆ ਭਰਮ ਹਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਸੁਕ੍ਰਿਤ ਮਨਸਾ ਗੁਰ ਉਪਦੇਸੀ, ਜਾਗਦੇ ਹੀ ਮਨ ਮੰਨਿਆ। ਕਹਿਤ ਨਾਮ ਦਿਓ ਹਰ ਕੀ ਰਚਨਾ, ਦੇਖੋ ਹਿਰਦੈ ਵਿਚਾਰੀ। ਘਟ ਘਟ ਅੰਤਰ ਸਰਬ ਨਿਰੰਤਰ, ਕੇਵਲ ਏਕ ਮੁਰਾਰੀ। 5 ਪ੍ਰਕਾਰ ਦਾ ਭਰਮ ਹੈ, ਭੇਦ ਭਰਮ, ਕਰਤੱਤ ਭਰਮ, ਪੁਨ ਸੰਗ ਭਰਮ ਕਾਲ, ਬ੍ਰਹਮਿਤਰ ਜਗ ਸਤ ਹੈ, ਪੰਜੋ ਭਰਮ ਸੰਸਾਰ। ਇਹ 5 ਪ੍ਰਕਾਰ ਦੇ ਭਰਮ ਨੂੰ ਹਿਰਦੇ ਵਿੱਚੋਂ ਮੇਟ ਦੇ। ਈਸਵਾ ਬਚਾਉਣੀ, ਇਹ ਜੀ ਬੇਨਤੀ ਕਰ, ਇਹ ਕੇਸਵਾ ਕੇਸਾਧਾਰੀ ਪਰਮਾਤਮਾ ਜੀਓ। ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਵੀ ਕੇਸਵ ਦਾ ਕੇਸਾਧਾਰੀ, ਸੋ ਵਾਹਿਗੁਰੂ ਕੇਸਾਧਾਰੀ ਹੈ। ਇਹ ਵਾਹਿਗੁਰੂ ਜੀ ਆਈਏ ਮਈਏ, ਮੇਰੇ ਪਾਸੋਂ ਭਰਮ ਚੁੱਕਿਆ ਨਹੀਂ ਜਾਂਦਾ, ਕਿਰਪਾ ਕਰਕੇ ਇਸ ਭਰਮ ਤੋਂ ਮੈਨੂੰ ਬਚਾਉਣਾ ਕਰੋ। ਮੈਂ ਇਹ ਆਪ ਜੀ ਦੀ ਹੀ ਆਣ ਸ਼ਰਨ ਦੇ ਵਿੱਚ ਆਇਆ ਹਾਂ। ਏਕ ਆਨ
ਆਨ ਜੀਓ ਅਈਏ ਆਇਆ ਹਾਂ ਮਈਏ ਮੈਂ ਇੱਕ ਆਨ ਜੀਓ ਆਪ ਜੀ ਦੀ ਸ਼ਰਨ ਵਿੱਚ, ਕਿਉਂਕਿ ਤੇਰੀ ਸ਼ਰਨ ਮੇਰੇ ਦੀਨ ਦਿਆਲ, ਸੁਖ ਸਾਗਰ ਮੇਰੇ ਗੁਰੂ ਗੋਪਾਲ, ਕਰ ਕਿਰਪਾ ਨਾਨਕ ਗੁਣ ਗਾਵੇ, ਰੱਖ ਵਸਰ ਮਿਆ ਸਾੜੀ ਜੀਓ। ਇੱਕ ਮੈਂ ਹਿੰਦੂ ਜੈਂਟਲਮੈਨ ਦੀ ਰਿਕਾਰਡਿੰਗ ਸੁਣੀ ਹੈ। ਉਹ ਕਹਿੰਦਾ ਮੈਂ ਬੰਗਲਾ ਸਾਹਿਬ ਤੋਂ ਜਲ ਮੰਗਾ ਕੇ ਪੀਂਦਾ ਰਿਹਾ ਆ ਕਰੋਨਾ ਦੇ ਵਿੱਚ। ਮੈਨੂੰ ਕਰੋਨਾ ਕਹਿੰਦੇ ਹੋ ਗਿਆ, 14 ਦਿਨ ਮੈਂ ਜਲ ਛਕਿਆ, 14ਵੇਂ ਦਿਨ ਮਾਂ ਦੀ ਕਿਰਪਾ ਕਰਦੀ ਤੇ ਮੈਂ ਸਹੀ ਸਲਾਮਤ ਹੋ ਗਿਆ। ਮੇਰੀ ਕਹਿੰਦੇ ਹੋਰ ਵੀ ਇੰਨੀ ਸ਼ਰਧਾ ਹੋ ਜੀ। ਦਿੱਲੀ ਪੁਲਿਸ ਨੇ ਸਲੂਟ ਮਾਰਿਆ ਬੰਗਲਾ ਸਾਹਿਬ ਨੂੰ, ਤੇ ਬਹੁਤ ਗਿਣਤੀ ਦੇ ਵਿੱਚ ਸਾਰੀ ਪੁਲਿਸ ਨੇ ਚਾਰ ਸਵੇਰੇ ਬੂਟਰ ਲਾ ਕੇ ਮਹਾਰਾਜ ਬੰਗਲਾ ਸਾਹਿਬ ਗੁਰਦੁਆਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੀਆਂ ਪਰਿਕਰਮਾ ਕਰਕੇ ਸਲੂਟ ਕੀਤਾ ਵੀ ਸੱਚੇ ਪਾਤਸ਼ਾਹ ਤੇਰਾ ਨਮਸਕਾਰ। ਗੁਰੂ ਸਾਹਿਬ ਨੇ ਔਖੀ ਵੇਲੇ ਦਿੱਲੀ ਵਾਲਿਆਂ ਦੀ ਬਾਂਹ ਫੜੀ ਸੀ। ਜਦ ਹੈਜ਼ੀ ਦੀ ਬਿਮਾਰੀ ਫੈਲ ਗਈ, ਲੋਕ ਮਰਦੇ ਹੋਏ ਮੰਜੇ ਤੇ ਪੈ ਕੇ ਆਉਂਦੇ ਸੀ ਤੇ ਮਹਾਰਾਜ ਦੇ ਬੱਚੇ ਸਾਹਿਬ ਦੇ ਵਿੱਚੋਂ ਜਲ ਛਕ ਕੇ ਜਾਂ ਉਸ ਅੰਮ੍ਰਿਤ ਨਾਲ ਇਸ਼ਨਾਨ ਕਰਕੇ ਉਹ ਆਪ ਕਦਮਾਂ ਨਾਲ ਤੁਰ ਕੇ ਘਰਾਂ ਨੂੰ ਜਾਂਦੇ। ਇੰਨੀ ਗੁਰੂ ਸਾਹਿਬ ਦੀ ਕਿਰਪਾ ਹੋਈ। ਕਿਉਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਜਿਹੜੀ ਹੈ ਬੜੀ ਵਿਸ਼ਾਲ ਹੈ, ਜਿਹਦੇ ਸਾਰੇ ਸਮਾ ਸਕਦੇ ਨੇ। ਜਿਸ ਤਰ੍ਹਾਂ ਬੱਚੇ ਜਿੰਨੇ ਮਰਜ਼ੀ ਹੋਣ, ਪਰ ਮਾਂ ਵਾਸਤੇ ਬਹੁਤੇ ਨਹੀਂ ਹੁੰਦੇ, ਉਹ ਸਾਰਿਆਂ ਨੂੰ ਆਪਣੀ ਬੁੱਕਲ 'ਚ ਲੈ ਲੈਂਦੀ ਹੈ। ਇੰਝ ਗੁਰੂ ਮਹਾਰਾਜ ਦੀਆਂ ਸੰਗਤਾਂ ਭਾਵੇਂ ਹਜ਼ਾਰਾਂ ਕਰੋੜਾਂ ਦੀ ਗਿਣਤੀ ਵਿੱਚ ਨੇ ਜਾਂ ਹੋਰ ਵੀ ਕੋਈ ਆਵੇ, ਸਾਰਿਆਂ ਨੂੰ ਗੁਰੂ ਸਾਹਿਬ ਸਾਧ ਸੰਗਤ ਜੀਓ ਆਪਣੀ ਬੁੱਕਲ 'ਚ ਲੈ ਲੈਂਦੇ ਨੇ। ਇੱਕ ਵਾਰ ਮਹਾਂਪੁਰਖ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਨੂੰ ਬੋਲੀ ਸਾਹਿਬ ਚਮਕੌਰ ਸਾਹਿਬ ਵਿਖੇ ਜੋ ਸ਼ਹੀਦਾਂ ਦੀ ਯਾਦ ਵਿੱਚ ਬਣੀ ਹੋਈ ਹੈ, ਉੱਥੇ 1.25 ਲੱਖ ਮੂਲ ਮੰਤਰ ਦਾ ਭੋਗ ਪੈਣ ਤੋਂ ਉਪਰੰਤ ਅਰਦਾਸ ਕਰਨ ਤੋਂ ਕਲਗੀਧਰ ਜੀ ਦੇ ਦਰਸ਼ਨ ਹੋਏ। ਮਹਾਰਾਜ ਨੇ ਕਹਿੰਦੇ ਵਿਸ਼ਾਲ ਰੂਪ ਧਾਰ ਕੇ 40 ਮੁਕਤਿਆਂ ਨੂੰ ਜਿੰਨੇ ਉੱਥੇ ਸ਼ਹੀਦ ਹੋਏ ਸਾਰਿਆਂ ਨੂੰ ਆਪਣੀ ਗਲਵੱਕੜੀ 'ਚ ਲਿਆ ਹੋਇਆ ਸੀ। ਇੰਨੀਆਂ ਲੰਬੀਆਂ ਬਾਹਾਂ ਕੀਤੀਆਂ ਸੀ। ਤੇ ਮਹਾਂਪੁਰਖ ਦੱਸੇ ਕਰਦੇ ਕਹਿੰਦੇ ਮੈਨੂੰ ਵੀ ਕਹਿੰਦੇ ਤੂੰ ਵੀ ਆ ਜਾ। ਜਦ ਮੈਂ ਵੀ ਗਿਆ ਤੇ ਮੈਨੂੰ ਵੀ ਉਹਨਾਂ ਨੇ ਹੱਥਾਂ 'ਚ ਲੈ ਲਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਕੇਵਲ ਮੈਨੂੰ ਛੋਟੇ ਟੱਚ ਕੀਤੇ। ਇਹ ਗਿਆਨ ਕਰਨਾ ਇੱਕ ਪੁਸਤਕ ਲਿਖੀ ਹੈ ਗਿਆਨੀ ਪ੍ਰੀਤਮ ਸਿੰਘ ਯੂਕੇ ਵਾਲਿਆਂ ਨੇ, ਤੇ ਦਮਦਮੇ ਟਕਸਾਲ ਤੋਂ ਛਪੀ ਸੀ। ਮੈਂ ਪ੍ਰੂਫ ਰੀਡਿੰਗ ਦੀ ਸੇਵਾ ਨਿਭਾਈ, ਉਹਦੇ 'ਚ ਮੈਂ ਸਾਖੀ ਪੜ੍ਹੀ ਸੀ। ਉਹ ਇੰਝ ਗੁਰੂ ਸਾਹਿਬ ਦਾ ਜਿਹੜਾ ਹਿਰਦਾ ਬੜਾ ਵਿਸ਼ਾਲ ਹੈ, ਭਾਵੇਂ ਸਾਰੇ ਸ਼ਰਨ ਵਿੱਚ ਆ ਜਾਣ। ਜਿਸ ਤਰ੍ਹਾਂ ਸ਼ਿਪ ਦੇ ਉੱਪਰ ਭਾਵੇਂ ਸਾਰਾ ਪਿੰਡ ਦਾ ਪਿੰਡ ਹੀ ਚੜ੍ਹ ਜਾਏ, ਇੰਝ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸ਼ਰਧਾ ਕਰ ਸੇਮ ਦੇ ਪਾਰ ਉਤਾਰਨ ਹਾਰ। ਬਿੰਦੀ ਉਬ ਕਲੇ ਸੰਸਾਰਾ। ਇਸ ਤਰ੍ਹਾਂ ਬੇਨਤੀਆਂ ਕਰਨ ਨਾਲ ਫਿਰ ਤੇਰਾ ਭਰਮ ਤੋਂ ਛੁਟਕਾਰਾ ਹੋ ਜਾਏਗਾ। ਇਹ ਸੰਸਾਰ ਹੱਟ ਦੀਆਂ ਪਿੰਦੀ ਟਿੰਡਾਂ ਦੀ ਤਰ੍ਹਾਂ ਉਬ ਕਲੇ ਉਲਟਾ ਜੂਨਾਂ ਦੇ ਵਿੱਚ ਆਉਣ ਜਾਣ ਵਾਲਾ ਹੈ। ਇਹ ਗੁਰਮੁਖ ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ। ਮਹਾਰਾਸ਼ਟਰ ਮਰਾਠੀ ਬੋਲੀ ਦੇ ਵਿੱਚ ਚੀਜ਼ ਦਾ ਅਰਥ ਤੋਂ ਲਿਆ ਬਣ ਜਾਂਦਾ। ਇਹ ਭਾਈ ਜਿੰਨਾ ਚਿਰ ਤੁਸੀਂ ਸੰਸਾਰ ਨੂੰ ਸੱਤ ਮੰਨੀ ਬੈਠੇ ਹੋ, ਉਹਨਾਂ ਚਿਰ ਹੀ ਭਰਮ ਦੇ ਭਰਮਾਏ ਹੋਏ ਤੁਸੀਂ ਇਸ ਦੁਆਰਾ ਸੰਸਾਰ ਦੇ ਵਿੱਚ ਆਏ ਹੋ। ਜੇ ਸੰਸਾਰ ਨੂੰ ਸੱਤ ਨਾ ਮੰਨੋ, ਬ੍ਰਹਮ ਨੂੰ ਸੱਤ ਮੰਨੋ, ਤਾਂ ਫਿਰ ਤੁਹਾਡੇ ਤਾਈਂ ਨਾ ਦੁਆਰਾ ਸੰਸਾਰ ਹੀ ਪ੍ਰਤੀਤ ਹੋਵੇਗਾ ਤੇ ਨਾ ਹੀ ਭਰਮ ਭਰਮਗੇ। ਫਿਰ ਸੰਸਾਰ ਵਿੱਚ ਜੂਨਾਂ ਵਿੱਚ ਆਉਣਾ ਪਏਗਾ। ਸਭ 84 ਦਾ ਗੇੜਾ ਮੁੱਕ ਜਾਵੇਗਾ। ਤੂੰ ਕੌਣ ਰੇ? ਤੂੰ ਆਪਣੇ ਆਪ ਨੂੰ ਤਤਪਦ ਦਾ ਲੱਖ ਅਰਥ ਸਮਝ। ਜੋ ਇਹ ਕੂੜਾ ਸਰੀਰ ਹੈ ਇਹਦਾ ਮੋਹ ਤਿਆਗ ਦੇ, ਕੂੜੇ ਪਦਾਰਥਾਂ ਦਾ ਮੋਹ ਤਿਆਗ ਦੇ। ਜਿਹੜੇ ਨੀਚ ਕਰਮ ਹਨ ਇਹਨਾਂ ਦਾ ਤਿਆਗ ਕਰਦੇ ਰਹੇ ਭਾਈ। ਉਹਨ ਕਨਾਇਤ ਕਰਦੇ, ਇਹਨਾਂ ਨੂੰ ਲਾਂਭੇ ਕਰਦੇ, ਪਾਸੇ ਕਰਦੇ। 4 ਵਜੇ ਕਰਾਇਤਾਂ ਤੋਂ ਬਚ ਕੇ ਰਹਿਣਾ ਕਰ। ਮੈਂ ਜੀ ਇੱਕ ਤਾਂ ਜੋ ਦੇਹ ਦੀ ਤੇ ਜੀਵ
ਗੁਣੇ ਦੀ ਮੈਂ ਫੁਰਦੀ ਹੈ ਨਾਮਾ ਨਾਮ ਤੇ ਰੂਪ ਫੁਰਦਾ ਹੈ ਓ ਜੀ ਇਹ ਜੀਵ ਇਹਨੂੰ ਹੋੜਨਾ ਭਾਵ ਰੋਕਣਾ ਕਰ ਹਿਰਦੇ ਵਿੱਚੋਂ ਆਲਾ ਤੇ ਨਿਵਾਰਣਾ ਮੈਨੂੰ ਭਜਾ ਦੇ ਸ਼ਬਦ ਦਾ ਡੰਡਾ ਮਾਰ ਕੇ ਜਮਨ ਮਰਨ ਦਾ ਜੋ ਆਲਾ ਘਰ ਕਾਰਨ ਜੋ ਵਿਪਰਜੇ ਸੰਸਾਰ ਇਸ ਨੂੰ ਆਲਾ ਅੰਤੈ ਕਰਨ ਤੋਂ ਨਿਵਾਰਨਾ ਭਾਵ ਦੂਰ ਕਰਦੇ ਅਤੇ ਜਮ ਕਾਰਨ ਮਹਾਰਾਜ ਕਹਿੰਦੇ ਨੇ ਜਮ ਕਾਰਣਾ ਰੰਗ ਕਾਰਨ ਸਾਰੇ ਪਰਿਪੂਰਨ ਵੇਖ ਕੇ ਤੂੰ ਜੀਵਨ ਮੁਕਤੀ ਦਾ ਆਨੰਦ ਮਾਨਣਾ ਕਰ ਜਮਾਂ ਤੋਂ ਤੂੰ ਫਿਰ ਬਚ ਜਾਵੇਂਗਾ ਜਮਨ ਮਰਨ ਦਾ ਕਾਰਨ ਜਿਹੜਾ ਮੋਹ ਹੈ ਤੇ ਭਰਮ ਹੈ ਇਹ ਪਰਜੇ ਸੰਸਾਰ ਹੈ ਅੰਤੈ ਕਰਨ ਦੀ ਘਰ ਤੋਂ ਇਹਦੀ ਨਿਵਰਤੀ ਕਰ ਲੈ ਫਿਰ ਆਨੰਦ ਹੀ ਆਨੰਦ ਹੈ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਲਕ ਮਾਨੀ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਆਤਮ ਰਾਮ ਸਰਬ ਮੈਂ ਵੇਖ ਪੂਰਨ ਪੂਰਾ ਜਾ ਪ੍ਰਵੇ ਰਤਨ ਅਮੋਲ ਹਿਰਦੇ ਮੈਂ ਜਾਣ ਆਪਣੀ ਵਸਤ ਤੂੰ ਆਪ ਪਛਾਣ ਇੱਥੇ ਸਾਧ ਸੰਗਤ ਜੀਓ ਮੇਰਾ ਨਿਯਤ ਕੀਤਾ ਸਮਾਪਤ ਹੋ ਗਿਆ ਹੈ ਸ਼ਬਦ ਜੀ ਵੀ ਸੰਪੂਰਨਤਾ ਹੋਈ ਹੈ ਜੀ ਸੋ ਭਲੇ ਤੋਂ ਮਾਫ ਕਰਨੀ ਅੱਗੇ ਤੋਂ ਸਮਤ ਬਖਸ਼ਣੀ ਇਸ ਪਾਵਨ ਅਰਥ ਦੇ ਦੁਆਰਾ ਪਰਮੇਸ਼ਰ ਬਾਬਤ ਭਗਤ ਨਾਮਦੇਵ ਜੀ ਨੇ ਖੋਲ ਕੇ ਵਿਸਤਾਰ ਸੇ ਸਾਨੂੰ ਸਮਝਾਇਆ ਹੈ ਕਿ ਇੱਕ ਵਾਹਿਗੁਰੂ ਦੇ ਲੜ ਲੱਗੋ ਜਾਗਤ ਜੋਤ ਜਪੈ ਨਿਸਬਸ 33 ਮਈਆਂ ਚ ਕਲਗੀਧਰ ਮਹਾਰਾਜ ਜੀ ਦੇ ਵੀ ਬਚਨ ਹੈ ਜਾਗਤ ਜੋਤ ਜਪੈ ਨਿਸਬਸ ਇੱਕ ਬਿਨਾ ਮਨ ਲੈਖ ਨਾ ਅੰਨ ਪੂਰਨ ਪ੍ਰੇਮ ਪ੍ਰਤੀ ਸਦ ਬ੍ਰਤ ਗੋਰ ਮੜੀ ਮਟ ਬੋਲ ਨਾ ਮਨ ਇੱਕੋ ਜਪ ਇੱਕੋ ਸਲਾਹੇ ਇੱਕ ਸਿਮਰ ਇੱਕੋ ਮਨਾਹੇ ਇੱਕ ਸਕੇ ਗੁਣ ਗਾਓ ਅਨੰਦ ਮੰਤਨ ਜਾਪ ਇੱਕ ਭਗਵੰਤ ਭੁੱਲ ਚੁੱਕ क्षमा करनी अपनी रुस्मत बख्शने जे ਬਿੰਦੀ ਉਪ ਕਲੇ ਸੰਸਾਰਾ ਭ੍ਰਮ ਭ੍ਰਮ